ओहो हमारे माथे कायम, ओहो हमारे माथे कायम, हमारे माथे कायम, हमारे माथे कायम, ओहो हमारे माथे कायम, ओहो हमारे माथे कायम, हमारे माथे कायम, हमारे माथे कायम। हमरो भरता बड़ो बबेकी, आपे संत कहावै। हमरो भरता बड़ो विवेकी, आपे संत कहावै। हमरो भरता बड़ो बबेकी, आपे संत कहावै। हमरो भरता बड़ो विवेकी, आपे संत कहावै। ओहो हमारे माथे कायम, ओहो हमारे माथे कायम, ओहो हमारे माथे कायम, ओहो हमारे माथे कायम। ओहो हमारे माथे कायम, ओहो हमारे माथे कायम, हमारे माथे कायम, ओहो हमारे माथे कायम। हमरो भरता बड़ो बबेकी, आपे संत कहावै। हमरो भरता बड़ो विवेकी, आपे संत कहावै। आपे संत कहावै। आपे संत कहावै। ਆ ਪਿਛਲਾ ਸ਼ਬਦ ਅਸੀਂ ਚੱਲਦਾ ਰੱਖਿਆ ਸੀ ਪਿਛਲੀ ਬੈਠਕ 'ਚ। ਅੱਜ ਦਾ ਪੂਰਾ ਗਿਆਨ ਲਾਂਗੇ। ਇਹਦਾ ਰਾਈਟਰ ਹੈ ਭਗਤ ਕਬੀਰ ਜੀਓ। ਉਹ ਭਗਤ ਜੀ ਨੇ ਜਿਹੜੇ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਭਗਤ ਆਏਗਾ। ਇੰਨਾ ਮਾਣ ਦਿੱਤਾ ਮਹੱਲਿਆਂ ਨੇ ਇਸ ਭਗਤ ਦੇ ਗਿਆਨ ਨੂੰ। ਸਭ ਤੋਂ ਮਹੱਲਿਆਂ ਤੋਂ ਬਾਅਦ ਪਹਿਲਾਂ ਕਬੀਰ ਜੀ ਉਹਦੀ ਬਾਣੀ ਆਏਗੀ। ਉਹਦੀ ਅਸੀਂ ਇਹ ਲਾਈਨ ਪੜ੍ਹ ਰਹੇ ਹਾਂ। ਉਹ ਕਹਿੰਦਾ ਹਮਰੋ ਭਰਤਾ, ਮੇਰਾ ਜਿਹੜਾ ਹਸਬੈਂਡ ਹੈ, ਮੇਰਾ ਜਿਹੜਾ ਭਰਤਾ ਹੈ, ਮੇਰਾ ਜਿਹੜਾ ਖਸਮ ਹੈ, ਉਹੀ ਸੰਤ ਹੈ ਮੇਰਾ, ਔਰ ਉਹ ਮੇਰੇ ਮੱਥੇ 'ਚ ਹੈ। ਅਸੀਂ ਐਸਾ ਮੋਢਾ ਇੱਕ ਤਕਲੇ ਤੇ ਚਾੜਿਆ ਹੈ ਔਰ ਪੂਣੀ ਕੱਤੀ ਆ ਰਹੇ ਹਾਂ। ਜਿਹੜਾ ਵਿਸ਼ਾ ਇੱਕ ਭਗਤ ਦਾ ਵਿਸ਼ਾ ਹੈ ਇਸ ਵੇਲੇ ਪੰਜਾਬ ਦੇ ਵਿੱਚ। ਜਿੰਨੇ ਸੰਤ ਜਨ ਨੇ, ਜਿੰਨੇ ਮਹਾਂਪੁਰਖ, ਜਿੰਨੇ ਸਾਡੇ ਨਾਮ ਜਪਦੇ ਨੇ, ਐਡੇ ਅੱਛੇ ਲੋਕ ਨੇ ਵੀ ਨਾਮ ਜਪਦੇ ਪਰਮੇਸ਼ਰ ਦਾ ਔਰ ਦੁਨੀਆ ਨੂੰ ਰੱਬ ਵੱਲ ਲਾ ਰਹੇ ਨੇ ਔਰ ਪੰਜਾਬ 'ਚ ਨਸ਼ੇ ਛਡਾ ਰਹੇ ਨੇ, ਕਈ ਭਲੇ ਕੰਮ ਕਰ ਰਹੇ, ਸਕੂਲ ਖੋਲ੍ਹ ਰਹੇ ਨੇ, ਲੇਕਿਨ ਉਹ ਬਾਣੀ ਦੇ ਸੰਤ ਨਹੀਂ ਹੈ। ਇਹੋ ਅਸੀਂ ਵਰੋਲ ਕੇ ਸ਼ਬਦ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਆ ਰਹੇ ਹਾਂ ਭਈ ਉਹ ਜਿੰਨੇ ਸੰਤ ਸਾਧ ਮਾਨਯੋਗ ਨੇ, ਅੱਛਾ ਕੰਮ ਕਰ ਰਹੇ ਨੇ, ਲੇਕਿਨ ਬਾਣੀ ਦੀ ਜਿਹੜੀ ਪਦਵੀ ਹੈ ਸੰਤ ਦੀ, ਸਾਧ ਦੀ, ਉਹ ਉਹਨਾਂ 'ਤੇ ਬੈਠਦੀ ਨਹੀਂ ਹੈ। ਠੀਕ, ਸਾਡੇ ਸੰਤ ਦੇ ਤੱਤੇ ਨੂੰ ਔਂਕੜ ਹੈ। ਇੱਥੇ ਤੁਹਾਡੇ ਹੱਥ 'ਚ ਸ਼ਬਦ ਹੈ ਔਰ ਪੰਨਾ ਹੈ ਸ਼ਬਦ ਦਾ 476, 476 ਪੰਨੇ ਦੇ ਉੱਤੇ ਕਬੀਰ ਜੀ ਦਾ ਇਹ ਸ਼ਬਦ ਅਸੀਂ ਲੈ ਰਹੇ ਹਾਂ ਵੀ ਕਬੀਰ ਜੀ ਕੀ ਆਪਣੇ ਗੁਰੂ ਰਾਮਾਨੰਦ ਨੂੰ ਮੱਥੇ 'ਚ ਟਿਕਾ ਰਹੇ ਨੇ। ਉਹਦਾ ਦੀਖਿਤ ਕਰਨ ਵਾਲਾ ਮੰਤਰ ਜਿਹਨਾਂ ਕੋਲ ਲਿਆ ਸੀ ਉਹ ਰਾਮਾਨੰਦ ਸੀ, ਪਰ ਰਾਮਾਨੰਦ ਦਾ ਤੇ ਇੱਕੋ ਇੱਕ ਹੀ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ, ਔਰ ਉਹ ਵੀ ਬਹੁਤ ਪਿੱਛੇ ਜਾ ਕੇ ਆਉਂਦਾ ਉਹਦੇ ਗੁਰੂ ਦਾ। ਲੇਕਿਨ ਇਹਨਾਂ ਕਬੀਰ ਸਾਹਿਬ ਚੜ੍ਹ ਗਏ ਤਾਂ ਦੇ ਤਾਂ, ਔਰ ਨਾ ਕੋਈ ਵੇਦ ਸ਼ਾਸਤਰ ਪੜ੍ਹਿਆ, ਨਾ ਉਹਨਾਂ ਦਾ ਗਿਆਨ ਵੇਦ ਸ਼ਾਸਤਰਾਂ ਦੇ ਗਿਆਨ ਨੂੰ ਟਿੱਪਣੀਆਂ ਦੇ ਰਿਹਾ ਹੈ। ਐਡਾ ਤਕੜਾ ਗਿਆਨ ਕਿੱਥੋਂ ਆਇਆ ਹੈ? ਭਗਤੀ 'ਚੋਂ ਆਇਆ ਉਹਨਾਂ ਨੂੰ।
ਲੇਕਿਨ ਆਪਣੇ ਦੀਖਿਤ ਗੁਰੂ ਰਾਮਾਨੰਦ ਤੋਂ ਗਾਂਹ ਲੰਘ ਹੈ, ਔਰ ਸਾਰੇ ਭਗਤਾਂ ਦਾ ਜਿਨ੍ਹਾਂ ਦੀ ਬਾਣੀ ਹੈ ਉਹਨਾਂ ਦੇ ਤੁਸੀਂ ਗੁਰੂ ਦਾ ਨਾਂ ਨਹੀਂ ਪੜਾਂਗੇ ਉਹਨਾਂ ਦੇ ਸ਼ਬਦ 'ਚ। ਕਿਸੇ ਵੀ ਭਗਤ ਬਾਣੀ 'ਚ ਉਹਨਾਂ ਦੇ ਦੀਖਿਤ ਗੁਰੂ ਦਾ ਨਾਂ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਅਖੀਰ ਤੇ ਅਕਾਲ ਪੁਰਖ ਗੁਰੂ ਕੀਤਾ ਅੰਦਰ ਜਾ ਕੇ। ਔਰ ਇਹ ਜਿਹੜੀ ਸੋਝੀ ਹੈ ਸੰਤ ਪਦਵੀ, ਸਾਧ ਪਦਵੀ ਜੋ ਬਾਣੀ 'ਚ ਹੈ, ਉਹ ਅਸੀਂ ਬਾਹਰ ਜਿਹਦੀ ਦੇਹ ਹੈ ਸਾਧ ਸੰਤ ਦੀ ਉਹ ਨਹੀਂ ਦੇ ਸਕਦੇ, ਕਿਉਂਕਿ ਸਾਰੀ ਬਾਣੀ 'ਚ ਦੇਹ ਭੱਜੀ ਪਈ ਹੈ। ਔਰ ਸਾਰੀ ਬਾਣੀ 'ਚ ਸਤਿਗੁਰ ਦੀ ਦੇਹ ਨਹੀਂ ਹੈ। ਸਾਡੇ ਸੰਤ ਜਿਹੜਾ ਅਸੀਂ ਭੇਟਣਾ ਹੈ ਅੰਦਰ, ਔਰ ਉਹਦੀ ਦੇਹ ਨਹੀਂ ਹੈ। ਸੰਤ ਸਾਧ ਸਤਿਗੁਰੂ ਇੱਕੋ ਚੀਜ਼ ਹੈ, ਲੇਕਿਨ ਕਿਤੇ ਸੰਤ ਲਿਖਤਾ, ਸਾਧ ਲਿਖ ਦਿੱਤਾ, ਔਰ ਜਿਹੜੋ ਆਪਣੇ ਆਪ ਨੂੰ ਸਮਝ ਰਹੇ ਨਾ ਉਹਨਾਂ ਦਾ ਵੀ ਭਲਾ ਹੋ ਜੂ ਬਾਣੀ 'ਚ, ਕਿਉਂਕਿ ਸਾਰੀ ਬਾਣੀ ਸਿੱਖ ਬਣ ਕੇ ਲਿਖੀ ਹੈ। ਸਾਰੀ ਬਾਣੀ ਦਾਸ ਸੰਦਾਸ ਬਣ ਕੇ ਲਿਖੀ ਹੈ, ਉਸ ਸਤਿਗੁਰੂ ਦੇ ਸਿੱਖ ਬਣ ਕੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਸਤਿਗੁਰ ਯੂਨੀਵਰਸਲ ਹੈ। ਮੋਜ਼ਸ ਦਾ ਇਹੋ ਸਤਿਗੁਰ, ਕ੍ਰਾਈਸਟ ਦਾ ਇਹੋ ਸਤਿਗੁਰ, ਹਜ਼ਰਤ ਮੁਹੰਮਦ ਸਾਹਿਬ ਦਾ ਇਹੋ ਸਤਿਗੁਰ, ਸਾਡੇ ਬੈਣੀ ਭਗਤ ਦਾ ਇਹੋ ਸਤਿਗੁਰ, ਕਬੀਰ ਸਾਹਿਬ ਦਾ ਇਹੋ ਸਤਿਗੁਰ, 10 ਗੁਰੂਆਂ ਸਾਰਿਆਂ ਭਗਤਾਂ ਮਹੱਲਿਆਂ ਦਾ ਇਹ ਉਹ ਤਾਕਤ ਹੈ ਜਿਹੜੀ ਜੁਗ ਜੁਗ 'ਚ ਤੂੰ ਹੈ। ਔਰ ਇਹ ਸਤਿਗੁਰ ਜੋੜਨ ਹਾਰਾ ਲਿੰਕ ਹੈ। ਅਭਿਆਸੀ ਔਰ ਰੱਬ ਨੂੰ, ਅਭਿਆਸੀ ਔਰ ਅਕਾਲ ਪੁਰਖ ਨੂੰ ਵਿੱਚ ਜੋੜਨ ਵਾਲਾ ਜਿਹੜਾ ਲਿੰਕ ਹੈ ਉਹ ਹੈ ਸੋ ਸਤਿਗੁਰ ਵਾਹੋ ਵਾਹੋ ਜਿਹਨੇ ਹਾਰਸਿਓ ਜੋੜਿਆ। ਔਰ ਇਸ ਜੋੜਨ ਹਾਰੇ ਸੰਤ ਨੂੰ, ਜੋੜਨ ਹਾਰੇ ਸਤਿਗੁਰੂ ਨੂੰ ਸੰਤ ਵੀ ਕਿਹਾ ਹੈ। ਮਹੱਲਾ ਪੰਜਵਾਂ ਇੱਕ ਐਸੀ ਤੁਕ ਦਿੰਦੀ, ਕਹਿੰਦੇ ਰਾਸਤਾ ਤੇ ਬੜਾ ਪੱਧਰਾ ਸੀ, ਜਿੱਦੀ ਪਿੰਡੀ ਥਾਈ ਕਹਿੰਦੇ ਨਾ ਬੜਾ ਪੱਧਰਾ ਪਿਆ ਜਾਂਦਾ। ਕਹਿੰਦਾ ਨਾਨਕ ਪਾਦਰ ਪੱਧਰੋ, ਰਾਸਤਾ ਬੜਾ ਸਾਫ਼ ਹੈ। ਜੋੜਨ ਹਾਰਾ ਸੰਤ, ਇੱਥੇ ਬਾਹਰਲੇ ਸੰਤ ਤੇ ਪਦਵੀ ਮੱਲ ਕੇ ਬਹਿ ਜਾਂਦੇ। ਜੋੜਨ ਹਾਰਾ ਸੰਤ, ਜੋੜਨ ਹਾਰਾ ਹੈ ਹੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੀ ਕਾ ਬਸੀਠ। ਉਹ ਜੋੜਨ ਹਾਰਾ ਲਿੰਕ ਸਾਰੀ ਬਾਣੀ ਨਾਲ ਮੰਨਿਆ ਹੈ, ਔਰ ਉਹਦੀ ਦੇਹ ਨਹੀਂ ਹੈ। ਇਸ ਕਰਕੇ ਜੋੜਨ ਹਾਰਾ ਸੰਤ, ਔਰ ਉੱਥੋਂ ਪਹਿਲਾਂ ਨਾਲ ਹੀ ਹੋਰ ਸਲੋਕ ਆਉਂਦਾ, ਨਾਲ ਹੀ ਲਿਖਿਆ ਭਈ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਸਾਧੂ ਵੀ ਉਹੋ ਹੀ, ਸੰਤ ਵੀ ਉਹੋ ਹੀ, ਸਤਿਗੁਰ ਵੀ ਉਹੋ ਹੀ, ਔਰ ਇਹੋ ਹੀ ਮੀਤ ਹੈ, ਇਹੋ ਪ੍ਰੀਤਮ ਹੈ, ਇਹੋ ਹੀ ਸੱਜਣ ਹੈ। ਅਸੀਂ ਤਾਂ ਇੰਨੇ ਸ਼ਬਦ ਲਿਆ ਰਹੇ ਹਾਂ ਭਈ ਜਿਹੜੇ ਕੁਹਾਰੇ ਨੇ ਉਹਨਾਂ ਦਾ ਵੀ ਭਲਾ ਹੋ ਜੂ। ਈਗੋ ਮਰ ਕੇ ਉਹ ਵੀ ਗਾਂਹ ਅੰਦਰਲੀ ਹੋਰ ਚੜ੍ਹਾਈ ਚੜ੍ਹਨਗੇ, ਸਿੱਖ ਬਣੇ। ਸਾਰੇ ਸਿੱਖ ਐਸੇ ਕਰਕੇ ਪੁਰਾਤਨ ਸਾਰੇ ਹੀ ਭਾਈ ਕਹਿਲਾਉਂਦੇ ਸੀ। ਭਾਈ ਦਇਆ ਸਿੰਘ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਕਿਉਂਕਿ ਸਾਰੀ ਬਾਣੀ ਹੀ ਲਿਖੀ ਇਸ ਟਿਕਣਾ ਹੈ। ਮਹੱਲਾ ਪਹਿਲਾ ਸ਼ਬਦ ਦੇ ਰਿਹਾ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਰਸੇ ਨਾਮ ਵਸਾਈ, ਸੁਣ ਪੰਡਤ ਕਰਮਾਕਾਰੀ, ਜਿਸ ਕਰਮ ਸੁਖ ਉਪਜੇ ਭਾਈ, ਸੋ ਆਤਮ ਤਤ ਵਿਚਾਰੀ ਰਹਾਓ। ਇਸ ਕਰਕੇ ਭਾਈ ਸਾਰੇ ਕਹਿਲਾਉਂਦੇ ਸੀ। ਅਸੀਂ ਪਿਛਲੀ ਟੇਪ 'ਚ ਦੱਸਿਆ ਸੀ ਭਈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਇਹ ਪਹਿਲਾਂ ਸਾਰੇ ਪੁਰਾਤਨ ਸਿੰਘ ਭਾਈ ਕਹਿਲਾਉਂਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਸ ਵੇਲੇ ਉੱਥੇ ਐਡੀ ਗੜਬੜ ਮਚ ਗਈ ਉਹਨਾਂ ਦੀ ਡੈਥ ਤੋਂ ਬਾਅਦ, ਉਸ ਵੇਲੇ ਭਾਈ ਦਾ ਲਫ਼ਜ਼ ਸ਼ਾਹ ਮੁਹੰਮਦ ਆਪਣੀ ਕਵਿਤਾ 'ਚ ਲਿਖਦਾ, ਅਹਿਮਦ ਸ਼ਾਹ ਅਬਦਾਲੀ ਉਸ ਵੇਲੇ ਦਾ ਮੁਸਲਮਾਨ ਲਿਖਾਰੀ, ਉਹ ਕਹਿੰਦਾ ਵੀਰ ਸਿੰਘ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਵੀਰ ਸਿੰਘ ਮਾਰਿਆ ਡਾਹ ਤੋਪਾਂ। ਅਸੀਂ ਹਿਸਟੋਰੀਕਲੀ ਸਾਰੀ ਚੀਜ਼ ਬਾਣੀ ਦੀ ਸੱਚਾਈ ਲਿਆ ਰਹੇ ਹਾਂ ਵੀ ਜਿਹੜਾ ਬਾਣੀ ਦਾ ਸੰਤ ਸਾਧ ਸਤਿਗੁਰ ਪ੍ਰੀਤਮ ਸੱਜਣ ਮੀਤ ਗੁਰਦੇਵ, ਉਹਦੀ ਦੇਹ ਨਹੀਂ ਹੈ। ਔਰ ਉਹ ਗੁਰੂ ਨਾਨਕ ਨਹੀਂ ਹੈ, 10 ਗੁਰੂਆਂ 'ਚ ਨਹੀਂ ਹੈ। ਕੋਈ ਭਗਤ ਨਹੀਂ ਉਹਦੀ ਪਦਵੀ ਮੱਲ ਸਕਦਾ। ਉਹ ਹੈ ਅਕਾਲ ਪੁਰਖ ਆਪ, ਔਰ ਉਹਨੂੰ ਹੀ ਬਾਣੀ 'ਚ ਕਿਹਾ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਇਸ ਕਰਕੇ ਦੋ ਵਸਤੂ ਅਸੀਂ ਅਲੱਗ-ਅਲੱਗ ਸ਼ਖਸੀਅਤਾਂ ਨਹੀਂ ਹੈ। ਅਸੀਂ
ਲਿਆ ਰਹੇ ਹਾਂ ਗਾਂ ਸਰਨ। ਇਹ ਸਾਰਾ ਸੁਖਮਨੀ ਸਾਹਿਬ ਦੀ ਅਸ਼ਟਪਦੀਆਂ ਤੋਂ ਭੁਲੇਖਾ ਪੈਂਦਾ, ਸਲੋਕਾਂ ਤੋਂ। ਉਹਦੇ 'ਚ ਲਿਖਿਆ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਨ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹ ਰਿਲੇਟਿਵ ਗਿਆਨ ਹੈ ਉਸ ਵੇਲੇ ਹਿੰਦੂਆਂ ਦੇ। ਸੰਤ ਸਾਧ ਹਲੀ ਵੀ ਦੇਹ 'ਚ ਹੈ। ਸਾਡਾ ਰਿਲੇਟਿਵ ਗਿਆਨ ਲਫ਼ਜ਼ ਉਹ ਸੰਤ ਸਾਧ ਲੈ ਕੇ, ਲੇਕਿਨ ਥੱਲੇ ਔਂਕੜ ਪਾ ਕੇ, ਔਰ ਉਹਦੀ ਜਿਹੜੀ ਸਰਨ ਹੈ ਉਹ ਸਾਡੇ ਸਤਿਗੁਰੂ ਦੀ ਸਰਨ ਹੈ। ਜੇਕਤਾਂ ਲਿਖਦਾ ਸਰਨ ਸਤਿਗੁਰ ਸਰਨ ਤੋਂ ਮਾਰੀ ਆਇਓ। ਦੂਸਰੇ ਥਾਂ ਕਿਸੇ ਹੋਰ ਪਰਸਨੈਲਿਟੀ ਦੀ ਸਰਨ ਨਹੀਂ ਬਾਣੀ 'ਚ ਆ ਸਕਦੀ। ਇਸ ਕਰਕੇ ਇਸ ਰਾਸਤੇ ਦੀ ਨਿੰਦਿਆ ਕਰ ਰਹੇ ਸੀ ਬ੍ਰਾਹਮਣਵਾਦ, ਜਿਹੜੇ ਕਿ ਗੁਰੂ ਘਰ ਦੇ ਵੈਰੀ ਸੀ, ਵੀ ਇਹਨਾਂ ਨੇ ਨਵਾਂ ਹੀ ਬਗੈਰ ਦੇ ਤੋਂ ਸਤਿਗੁਰੂ ਕੱਢ ਲਿਆ। ਇਸ ਕਰਕੇ ਜੋ ਨਿੰਦਾ ਕਰੇ ਪੂਰੇ ਸਤਿਗੁਰ ਕੀ, ਤਿਸ ਫੇਟ ਫੇਟ ਕਰੇ ਸੰਸਾਰ। ਉਹ ਸਤਿਗੁਰੂ ਪੂਰਾ ਜਿਹੜਾ ਹੈ ਸਾਡਾ, ਉਹੀ ਉਹ ਗੁਰੂਆਂ ਤੋਂ ਵੀ ਉੱਚਾ, ਸਾਰਿਆਂ ਤੋਂ। ਉਹ ਕੀ ਹੈ? ਗੁਰ ਗੁਰ ਏਕੋ ਵੇਸ ਅਨੇਕ। ਉਹ ਅਕਾਲ ਪੁਰਖ ਆਪ ਹੈ, ਉਹਦਾ ਲੈਫਟੀਨੈਂਟ ਸਰੂਪ ਹੈ ਜਿਹੜਾ ਜੋੜਦਾ ਹੈ, ਔਰ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ ਬਾਣੀ ਹੈ। ਇਸ ਕਰਕੇ ਅਸੀਂ ਉਹ ਚੀਜ਼ ਕੱਢੀ ਆ ਰਹੇ ਹਾਂ ਵੀ ਸਿੱਖੀ ਸੰਭਲੇ, ਔਰ ਸੰਗਤਾਂ ਵੀ ਐਨ ਤਿਉਹਾਰ ਦੇ ਨਾਲ ਹੋਰ ਭਗਤੀ ਕਰਨਗੇ। ਜਿਹੜੇ ਇਸ ਬੰਨੇ ਵੱਲ ਹਿੰਦੂ ਸੰਤਾਂ ਸਾਧ ਹੁੰਦੇ ਸੀ ਦੇਹ ਦੇ ਵਿੱਚ ਜੰਗਲਾਂ, ਉਹਨਾਂ ਦੀ ਸੇਵਾ, ਸਾਡੀ ਸੇਵਾ ਇਹ ਨਹੀਂ ਹੈ। ਸਾਡੀ ਜੇ ਲਿਖਿਆ ਚਰਨ ਧੋਏ ਸੰਤ ਪੀਵਣਾ, ਉਹ ਅਸੀਂ ਰਹਾਉ ਦੀ ਤੁਕ ਨਹੀਂ ਦੇਖਦੇ। ਸੰਤਾਂ ਦੀ ਚਰਨ ਨਹੀਂ ਅਸੀਂ ਧੋ ਕੇ ਪੀਣੇ। ਉੱਥੇ ਲਿਖਿਆ ਸੰਤ ਚਰਨ ਧੋਏ ਪੀਵਣਾ, ਉਹਦੀ ਰਹਾਉ ਦੀ ਤੁਕਾ ਜੀਵਨਾ ਸਫਲ ਜੀਵਨ ਹਾਰ ਜਪ ਜਪ ਸਤ ਜੀਵਨ। ਜਪਣਾ ਹੀ ਉਹਦੇ ਚਰਨ। ਔਰ ਮਹੱਲੇ, ਇਸੇ ਮਹੱਲੇ ਨਾਲ ਜਿਹਨੇ ਲਿਖਿਆ ਚਰਨ ਸੰਤ ਧੋਏ ਪੀਵਣਾ, ਉਹਨਾਂ ਲਿਖਿਆ ਚਰਨ ਸਤਿਗੁਰ ਕੇ ਚਰਨ ਕੀ ਹੈ? ਸ਼ਬਦ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਅਸੀਂ ਇਹ ਪ੍ਰੀਫੇਸ ਤਾਂ ਬਣ ਰਹੇ ਹਾਂ ਸਾਰੇ ਦਾ, ਪਰ ਕਣ ਜਦੋਂ ਤੂੰ ਤੋਰਿਆ ਹੈ ਸਾਨੂੰ ਇਹ ਥੋੜ੍ਹਾ ਬਹੁਤਾ ਦੱਸਣਾ ਪੈਣਾ ਹੈ, ਤਾਂ ਕਿ ਅਗਲਾ ਅਸੀਂ ਕਾਹਦੇ 'ਤੇ ਮਿਹਨਤ ਕਰ ਰਹੇ ਗਿਆਨ ਨਾਲ, ਤਾਂ ਕਿ ਸਾਰੀ ਸਿੱਖੀ ਸਾਰੇ ਅਸੀਂ ਸਿੱਖ ਬਣੀਏ। ਔਰ ਜਿਹੜੇ ਸਾਧ ਸੰਤ ਇਹਨਾਂ ਦੀ ਮਾਨਤਾ ਕਰੀਏ ਸਭ ਕੁਛ, ਲੇਕਿਨ ਅਸੀਂ ਪਦ ਪਦਵੀ ਸੰਤ ਦੀ ਉਹਨਾਂ ਨੂੰ ਨਹੀਂ ਦੇ ਸਕਦੇ। ਇਹ ਰਾਸਤਾ ਗੁਰੂਆਂ ਮਹਾਰਾਜ ਨਾਲ ਆਪ ਚੱਲ ਕੇ, ਉਹਨਾਂ ਦੇ ਵੇਲੇ ਵੀ ਕੋਈ ਵੀ ਸਿੱਖ ਸੰਤ ਨਹੀਂ ਸੀ ਕਹਾਉਂਦਾ, ਭਾਈ ਕਹਾਉਂਦੇ ਸੀ। ਇਸ ਕਰਕੇ ਮਾਰਗ ਹੋਣੇ ਜੇ, ਲੇਕਿਨ ਇਹ ਕਿਸੇ ਦੀ ਭੁੱਲ ਨਹੀਂ ਹੈ। ਇਹ ਚੱਲ ਪੈਂਦਾ ਰਾਸਤਾ ਜਦ ਤੱਕ ਕਿ ਬਾਣੀ ਦਾ ਗਿਆਨ ਨਾ ਹੋਵੇ। ਬਾਣੀ ਵੇਲੇ, ਗੁਰੂ ਕਾਲ ਵੇਲੇ ਬਾਣੀ ਗੁਰੂ ਆਪ ਸਮਝਾਉਂਦੇ ਹੀ ਹੋਣੇ ਬੈਠ ਕੇ। ਤਾਂ ਇਸ ਕਰਕੇ ਕਬੀਰ ਸਾਹਿਬ ਨਾ ਇੱਥੇ ਸੰਤ ਉਹ ਲਾਇਆ ਹੈ ਜਿਹੜਾ ਮੇਰੇ ਮੱਥੇ 'ਚ ਆ ਜਾਂਦਾ ਹੈ, ਉਹ ਸੰਤ ਹੈ ਹੀ ਸ਼ਬਦ। ਇਸ ਕਰਕੇ ਸ਼ਬਦ ਰੂਪੀ ਦੇਹ ਰੂਪੀ ਨਹੀਂ ਹੈ, ਔਰ ਜਦੋਂ ਉਹ ਮੱਥੇ 'ਚ ਆ ਜਾਂਦਾ ਹੈ ਮਾਇਆ ਭੱਜ ਜਾਂਦੀ ਹੈ। ਇਸ ਕਰਕੇ ਪਿੱਛੇ ਅਨੇਕ ਸ਼ਬਦ ਲਈ ਆ ਰਹੇ ਹਾਂ, ਪਿਛਲਾ ਲਿੰਕ ਜੋੜੋ। ਔਰ ਅੱਜ ਦਾ ਜਿਹੜਾ ਪ੍ਰੀਫੇਸ ਹੈ ਇਹਦੇ 'ਚ ਇਹ ਹੈ ਵੀ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰ ਨਹਾਰ, ਸੰਤ ਕੀ ਨਿੰਦਾ ਨਾਨਕਾ। ਇਹ ਬ੍ਰਾਹਮਣਵਾਦ, ਇਹ ਦੁਨੀਆ ਸਾਰੀ ਹਿੰਦੂਇਜ਼ਮ ਜਿੰਨੀ ਸੀ ਗੁਰੂ ਘਰ ਦੇ ਵੈਰੀ, ਇਹਨਾਂ ਨੂੰ ਕਹਿਆ ਇਹ ਦੇਹ ਹੀ ਨਹੀਂ ਮੰਨਦੇ। ਪਹਿਲਾਂ ਬਾਬਾ ਨਾਨਕ ਹੀ ਸਿੱਧਾ ਨੂੰ ਉਲਟਾ ਸਿੱਟਿਆ ਵੀ ਮੇਰੇ ਗੁਰੂ ਦੀ ਦੇਹ ਨਹੀਂ ਹੈ, ਸ਼ਬਦ ਗੁਰੂ ਸੁਰਤੇ ਤੋਂ ਨੇ ਚੇਲਾ। ਇਸ ਕਰਕੇ ਐਸਾ ਰੈਵੋਲੂਸ਼ਨਰੀ ਗਿਆਨ ਉਹਨਾਂ ਕੰਮਾਂ ਲਈ ਆ ਰਿਹਾ ਸੀ, ਕਿਉਂਕਿ ਭਰਮ ਹੀ ਭਰਮ ਪਿਆ ਸੀ ਸੰਤਾਂ ਸਾਰੇ। ਲੇਕਿਨ ਉਹੋ ਹੀ ਗੱਲ ਹੁਣ ਸਿੱਖੀ 'ਚ ਫੇਰ ਹੋ ਰਹੀ ਹੈ, ਔਰ ਉਹ ਗਿਆਨ ਨਾਲ ਸਾਫ਼ ਹੋਈ ਹੈ, ਸਾਰਿਆਂ ਦਾ ਭਲਾ ਹੋ ਜੂ। ਇਸ ਕਰਕੇ ਸੰਤ ਸਰਨ ਉਹ ਇਹ ਮਾਰਗ ਸਤਿਗੁਰੂ ਦਾ ਮਾਰਗ ਹੈ, ਉਹਦੀ ਨਿੰਦਿਆ ਹੋ ਰਹੀ ਸੀ। ਇਸ ਕਰਕੇ ਉਹ ਗੁਰੂ ਘਰ ਨਾਲ ਨਹੀਂ ਸੀ ਮਿਲਣਾ ਚਾਹੁੰਦੇ, ਜਿਹੜੇ ਕਿ ਦੇਹ 'ਚ ਸਾਡੀ ਕੋਈ ਚੀਜ਼ ਗਿਆਨ ਦੀ ਦੇਹ 'ਚ ਨਹੀਂ ਹੈ। ਦੇਹੀ ਕਾਚੀ ਕਾਗਜ਼ ਮਿਕਦਾਰਾ। ਇਸ ਕਰਕੇ ਦੇਹੀ ਨੂੰ ਅਸੀਂ ਮੰਨਾਂਗੇ ਉਹ ਕੱਚੀ ਹੈ, ਔਰ ਇਸ ਕਰਕੇ ਅਸੀਂ ਪੂਰਾ ਗੁਰੂ ਕਰਨਾ ਹੈ। ਇਨਸਾਨ ਨੂੰ ਗੁਰੂ ਕਰਾਂਗੇ ਹਮੇਸ਼ਾ ਊਰਾ ਹੋਏਗਾ, ਕਿਉਂਕਿ ਇਨਸਾਨ ਦੀ ਜੂਨ 'ਚ ਜੋ ਆਇਆ ਹੈ ਬਾਣੀ ਲਿਖਦੀ ਤੁਮ ਪੂਰੇ ਹਮ ਊਰੇ। ਕਰਕੇ ਪੂਰਾ ਕੌਣ ਹੈ? ਪੂਰਾ ਸਤਿਗੁਰ ਉਹੀ ਹੈ, ਪੂਰਾ ਕਾਲਪੁਰਖ ਆਪ ਹੈ। ਬੰਦਾ ਇਨਸਾਨ ਹਮੇਸ਼ਾ ਹੀ ਅਧੂਰਾ ਹੈ। ਇਸ ਕਰਕੇ ਐਸੀ ਥੀਸਿਸ ਹੈ ਜਿਹਦੀਆਂ ਫੰਡਾਮੈਂਟਲ ਬੇਸਿਸ ਸਮਝ ਗਏ, ਔਰ ਅਸੀਂ ਬਾਣੀ ਨਾਲ ਉਹੀ ਪਿਆਰ ਨਾਲ ਪ੍ਰੂਵ ਕਰ ਰਹੇ ਹਾਂ ਵੀ ਸਾਰੇ ਰਲ ਮਿਲ ਕੇ ਉਸ ਅਕਾਲ ਪੁਰਖ ਦੇ ਸਿੱਖ ਬਣੋ। ਔਰ ਅਕਾਲ ਉਸਤ ਦਸਮ ਪਾਤਸ਼ਾਹ ਦੀ ਕਦੀ ਪੜ੍ਹਿਆ ਕਰੋ, ਕੀ ਮਜਾਲ ਉਹਦੇ 'ਚ ਕੋਈ ਸੰਤ ਸਾਧ ਜਾਂ ਇਹੋ ਜਿਹੀਆਂ ਚੀਜ਼ਾਂ ਆ ਜਾਣ, ਕਿਉਂਕਿ ਐਸਾ ਬਾਣੀ ਨੂੰ ਸਮਝਣ ਵਾਲੇ ਸੀ ਇੱਕ ਦੀ। ਔਰ ਉਹ 'ਚ ਕੋਈ ਸੰਤ ਸਾਧ ਗੁਰੂਆਂ ਦਾ ਨਾਂ ਨਹੀਂ ਹੈ,
ਕਿਸੇ ਦਾ, ਇੱਕ ਅਕਾਲ ਦੀ ਉਸਤਤ। ਇਸ ਕਰਕੇ ਅਸੀਂ ਇਹ ਮਾਨਯੋਗ ਸੱਜਣ ਨੇ, ਬਹੁਤ ਅੱਛਾ ਕੰਮ ਕਰ ਰਹੇ ਨੇ, ਲੇਕਿਨ ਬਾਣੀ ਦੇ ਲਿਹਾਜ਼ ਨਾਲ ਪਦ ਪਦਵੀ ਸੰਤ ਦੀ ਅਸੀਂ ਜ਼ਾਹਰ ਕਰ ਰਹੇ ਹਾਂ ਵੀ ਸਾਡਾ ਸੰਤ ਕੀ ਹੈ। ਉਹ ਸਾਡਾ ਸੰਤ ਹੈ ਹਮਾਰੇ ਮਾਥੇ ਕਾਇਮ ਔਰ ਹਮਰੇ ਨਿਕਟ ਨਾ ਆ। ਮਾਇਆ ਮੇਰੇ ਲਾਗੇ ਨਹੀਂ ਆ ਸਕਦੀ। ਕਬੀਰ ਸਾਹਿਬ ਕਹਿੰਦੇ ਆਈ ਮੁਝ ਪੈ। ਇਹ ਮਾਇਆ ਬੜੀਆਂ ਬੜੀਆਂ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਮਾਇਆ ਤੋਂ ਬਚ ਸਕੇ। ਸਾਰੀ ਦੁਨੀਆ ਮਾਇਆ ਚ, ਇੱਕ ਅਕਾਲ ਪੁਰਖ, ਇੱਕ ਸਤਿਗੁਰੂ, ਇੱਕ ਉਹਦੇ ਭਗਤ ਨਾ ਵਿਆਪੇ ਮਾਇਆ। ਮਾਇਆ ਐਸੀ ਜ਼ਬਰਦਸਤ ਹੈ ਪਈ ਵੀ ਸਾਰੇ ਮਾਇਆ ਦੀ ਲਪੇਟ ਚ ਹੈ। 3 ਗੁਣਾਂ ਚ ਹੈ। ਤੁਰਿਆ ਗੁਣ ਦੇ ਵਿੱਚ ਸਾਰੇ ਭਗਤ ਜਾਂ ਇਹ ਸਾਰੀਆਂ ਪਦਵੀਆਂ ਆਉਂਦੀਆਂ। ਲੇਕਿਨ ਜਿਹੜਾ ਕਬੀਰ ਸਾਹਿਬ ਹੈ ਉਹ ਕਹਿੰਦਾ ਮੇਰੇ ਤੇ ਵੀ ਬੜੀ ਵਾਰੀ ਮਾਇਆ ਆਈ। ਜੇ ਮੇਰਾ ਗੁਰੂ ਅਕਾਲ ਪੁਰਖ ਨਾ ਹੁੰਦਾ ਤੇ ਮੈਨੂੰ ਮਾਰ ਗਈ ਸੀ। ਆਈ ਮੁਝ ਪੈ ਕਰ ਕਰ ਅਨਖ ਭੇਖ, ਹਮ ਰਾਖੇ ਗੁਰ ਆਪਣੇ ਉਨ ਕੀਨੂ ਆਦੇਸ਼। ਉਹ ਮੈਨੂੰ ਜਾਂਦੀ ਵਾਰੀ ਸਲਾਮ ਕਰਕੇ ਗਈ, ਕਬੀਰਾ ਤੇਰਾ ਗੁਰੂ ਤਕੜਾ। ਤਾਂ ਸਾਰੇ ਭਗਤਾਂ ਦਾ, ਸਾਰੇ ਗੁਰੂਆਂ ਦਾ, ਸਾਰੀ ਬਾਣੀ ਦਾ, ਇਸ ਗਿਆਨ ਦਾ ਗੁਰੂ ਅਕਾਲ ਪੁਰਖ ਆਪ ਹੈ। ਇਸ ਕਰਕੇ ਕਬੀਰ ਆਈ ਮੁਝ ਪੈ ਕਰ ਕਰ ਅਨਕ ਭੇਖ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਇੱਥੇ ਤੱਕ ਕਬੀਰ ਜੀ ਐ ਸਤਿਗੁਰੂ ਦੇ ਪ੍ਰਸਾਦ ਔਰ ਸਤਿਗੁਰੂ ਨੂੰ ਮੰਨਦੇ ਆ। ਕਹਿੰਦੇ ਹਮ ਕਾਹੋਂ ਕੀ ਕਾਣ ਨਾ ਰੱਖਤੇ ਆਪਣੇ ਗੁਰ ਪ੍ਰਸਾਦੇ। ਮੇਰਾ ਜਿਹੜਾ ਗੁਰੂ ਦਾ ਪ੍ਰਸਾਦ ਹੈ, ਗੁਰ ਹੈ, ਇਹ ਸਾਰਿਆਂ ਭਗਤਾਂ ਦਾ, ਸਾਰਿਆਂ ਦਾ, ਇਹਨਾਂ ਦਾ। ਇਸੇ ਕਰਕੇ ਗੁੰਝਣਾ ਪਈਆਂ ਗਿਆਨ। ਅਸੀਂ ਇਸ ਚੀਜ਼ ਨੂੰ ਟੈਲੀ ਨਹੀਂ ਕਰ ਰਹੇ ਵੀ ਇਹ ਪਦ ਪਦਵੀ ਦੇਹੀ ਤੇ ਨਹੀਂ ਵਰਦੀ। ਇੱਕ ਥੰਮ ਰੂਲ ਹੈ ਵੀ ਦੇਹੀ ਇਸ ਗਿਆਨ ਨਾਲ ਭੱਜੀ ਪਈ ਹੈ। ਦੇਹੀ ਕਾਚੀ, ਦੇਹੀ 'ਚ ਕੋਈ ਚੀਜ਼ ਨਹੀਂ ਮੰਨਣੀ। ਇਸ ਕਰਕੇ ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟੈਤ ਬਿਨਸਤ ਲਗੇ ਨਾ ਬਾਰਾ। ਸਾਡੀ ਜਿਹੜਾ ਗਿਆਨ ਹੈ ਉਹ ਸਾਫ਼ ਹੋ ਰਿਹਾ ਵੀ ਸਾਡਾ ਜਿਹੜਾ ਸਤਿਗੁਰੂ ਹੈ ਉਹ ਸਾਰਾ, ਉਹ ਕਦੋਂ ਤੂੰ ਹੈ। ਆਦਿ ਗੁਰੇ ਨਵੇਂ ਜੋਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰਦੇਵੇ ਨਵੇਂ। ਇਹ ਆਦਿ ਗੁਰੇ ਨਵੇਂ ਜੋਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰਦੇਵੇ। ਗੌੜੀ ਸੁਖਮਣੀ ਸ਼ੁਰੂ ਇੱਥੋਂ ਹੁੰਦੀ ਆ, ਗਾਂ ਜਾ ਕੇ ਕਿੱਦਾਂ ਹੋਰ ਰਾਸਤਾ ਦੇ ਸਕਦੇ। ਇਸ ਕਰਕੇ ਆਪ ਤੋਂ ਜਿਹੜਾ ਗੁਰੂ ਹੈ, ਜੁਗਾਦਾਂ ਤੋਂ ਗੁਰੂ ਹੈ, ਸਤਿਗੁਰੂ, ਉਹ ਅਕਾਲ ਪੁਰਖ ਆਪ ਹੈ। ਇਸ ਕਰਕੇ ਉਹ ਜਿਹੜਾ ਸੰਤ, ਜਦੋਂ ਉਹ ਅਕਾਲ ਪੁਰਖ ਅੰਦਰ, ਉਹ ਸਤਿਗੁਰੂ ਸਰੂਪ ਪਹਿਲਾਂ ਉਹ ਜਦੋਂ ਅੰਦਰ ਆਉਂਦਾ ਹੈ ਉਦੋਂ ਚੇਂਜਸ ਹੋਣੀਆਂ ਸ਼ੁਰੂ ਹੋ ਜਾਂਦੀਆਂ 82 ਦੀਆਂ। ਔਰ ਅਸੀਂ ਉਹ ਕਲਾ ਲਈ ਆ ਰਹੇ ਹਾਂ ਵੀ ਕਿਸ ਤਰ੍ਹਾਂ ਸ਼ਬਦ ਸਾਨੂੰ ਨਖੇਰ ਕੇ ਕ੍ਰਿਸਟਲ ਲਾਈਕ ਕਲੀਅਰ ਕਰ ਰਹੀ ਚੀਜ਼ ਵੀ ਜਿਹੜੀ ਦੇਹੀ ਹੈ ਉਹ ਇਸ ਗਿਆਨ ਨਾਲ ਨਹੀਂ ਮੰਨੀ। ਇਸ ਕਰਕੇ ਉਹ ਜਿਹੜਾ ਸੰਤ ਹੈ ਮੱਥੇ 'ਚ ਆਉਣਾ, ਉਹਦੇ ਲਈ ਮਹਾਰਾਜ ਆਪਣਾ ਅਸੀਂ ਰਹਾਉ ਦੀ ਚੁੱਕ ਚੱਕਾਂਗੇ। ਔਰ ਐਡੀ ਖਤਰਨਾਕ ਦੁੱਖ ਔਰ ਐਡੀ ਭਿਆਨਕ ਮਾਇਆ ਦੱਸੀ ਹੈ ਵੀ ਇਹਦੀ ਠਣਕਾਰ ਬੜੀ ਵੱਡੀ ਹੈ ਔਰ ਸਭ ਦੁਨੀਆ ਇਹਨੇ ਮੋਈ ਹੈ। ਪਰ ਮਹਾਰਾਜ ਕਹਿੰਦਾ ਵੀ ਮੇਰਾ ਜਿਹੜਾ ਭਰਤਾ, ਮੇਰਾ ਖਸਮ ਮੇਰੇ ਮੱਥੇ 'ਚ ਆ ਗਿਆ ਸ਼ਬਦ, ਔਰ ਉਹੀ ਸੰਤ ਹੈ ਮੇਰਾ। ਹਮਰੋ ਭਰਤਾ ਬੜ ਬਬੇਕੀ ਆਪੇ ਸੰਤ ਕਹਾਵੈ। ਬਬੇਕੀ ਕਹਿੰਦੇ ਵਿਚਾਰਵਾਨ ਨੂੰ। ਇਹ ਸਤਿਗੁਰ ਨੂੰ ਗਿਆਨੀ ਵੀ ਕਿਹਾ। ਧੰਨ ਧੰਨ ਸਤਿਗੁਰ ਪੁਰਖ ਗਿਆਨੀ ਹਮਾਰਾ। ਧੰਨ ਧੰਨ ਇਹਨੂੰ ਇੰਨੇ ਖਿਤਾਬ ਦਿੱਤੇ ਇਸ ਵਜੂਦ ਨੂੰ, ਇਸ ਹਸਤੀ ਨੂੰ, ਇਸ ਪਾਵਰ ਨੂੰ ਜਿਹਦੀ ਦੇਹ ਨਹੀਂ ਹੈ। ਔਰ ਇਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਿਨਾਸੀ ਪੁਰਖ ਹੈ, ਸਾਰਿਆਂ ਦੇ ਵਿੱਚ ਹੀ ਸਤਿਗੁਰ ਆ, ਸਭ ਮੇਰੇ ਸਮਾਏ। ਪਰ ਉਹਨੂੰ ਪ੍ਰਗਟ ਕਰਨਾ ਪੈਂਦਾ ਬਾਬੇ ਨਾਨਕ ਦੀ ਪੌੜੀ ਦੇ ਨਾਲ ਵੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚੇ ਆਪ ਰੱਖਿਅਨ ਕਰ ਪ੍ਰਗਟ ਆਖ ਸੁਣਾਇਆ। ਨਾਮ ਨੂੰ ਆਖ ਰੋਣੀ ਸੁਣ, ਤੇਰੇ ਅੰਦਰ ਹੀ ਉਹ ਪਾਵਰ ਪੈਦਾ ਹੋ ਜਾਏਗੀ। ਇਸ ਕਰਕੇ ਸਤਿਗੁਰੂ ਨੂੰ ਸਮਝਿਆ, ਕਹਿੰਦੇ ਉਹ ਪਾਵਰ ਮੇਰੇ ਮੱਥੇ 'ਚ ਆ ਗਈ। ਔਰ ਉਹਨੂੰ ਵੀ ਸੰਤ ਕਿਹਾ। ਔਰ ਸੰਤ ਦੇ ਤੱਤੇ ਨੂੰ ਔਂਕੜ ਦਾ ਸਭ ਤੋਂ ਵੱਡਾ ਫੰਕਸ਼ਨ ਹੈ ਅੰਦਰਲਾ ਸੱਚਾ ਸ਼ਬਦ ਰੂਪੀ। ਇਸ ਕਰਕੇ ਔਂਕੜ ਫਾਲਤੂ ਨਹੀਂ ਲੱਗੇ, ਉਹਨਾਂ ਦੇ ਕਈ ਫੰਕਸ਼ਨ ਨੇ। ਇਸ ਕਰਕੇ ਸੰਤ ਦੇ ਤੱਤੇ ਨੂੰ ਔਂਕੜ ਆ ਜਾਏ ਤੇ ਉਹ ਸਤਿਗੁਰੂ ਆਪ ਹੈ। ਹਮਰੋ ਭਰਤਾ ਆਪੇ ਸੰਤ ਕਹਾਵੈ। ਹੁਣ ਇਨਸਾਨ ਨਹੀਂ ਇਹ ਕਹਿ ਰਿਹਾ, ਕਬੀਰ ਸਾਹਿਬ ਕਹਿ ਰਹੇ ਨਾ ਆਪਣੇ ਰਾਮਾਨੰਦ ਗੁਰੂ ਵੱਲ। ਉਹ ਵੀ ਰਾਮਾਨੰਦ ਗੁਰੂ ਵੀ ਆਪਣਾ ਸ਼ਬਦ ਦਿੰਦਾ, ਕਤ ਜਾਈਏ ਰੇ ਘਰੇ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਪਇਓ ਪੰਗ।
ਉਹ ਕਹਿੰਦਾ ਮੈਂ ਸ਼ਿਵ ਦੁਆਲਿਆਂ ਜੇ ਸ਼ਾਸਤਰ ਵੇਦ ਹੋਰ ਸਾਰੀਆਂ ਜੋ ਮੈਂ ਕਿਉਂ ਜਾਵਾਂ, ਊਹਾਂ ਤਾਂ ਜਾਈਏ ਜਾਂ ਈਹਾਂ ਨਾ ਹੋ। ਉਹ ਕਹਿੰਦਾ ਉੱਥੇ ਮੈਂ ਕੀ ਮੇਰੇ ਤੇ ਅੰਦਰ ਆ ਸਭ ਕੁਝ। ਸਾਡੀ ਸਾਰੀ ਬਾਣੀ ਇੱਥੇ ਆਣ ਕੇ ਫੋਕਸ ਹੁੰਦੀ ਹੈ। ਅਸੀਂ ਦੱਸਿਆ ਕਰਦੇ ਹਾਂ 3 ਲਾਈਨਾਂ ਹੁੰਦੀਆਂ, ਡਾਈਵਰਜੈਂਟ, ਪੈਰੇਲਲ, ਇੱਕ ਕਨਵਰਜੈਂਟ। ਇਹ ਸਾਰਾ ਗਿਆਨ ਇੱਕ ਥਾਂ ਕਨਵਰਜੈਂਟ ਹੈ ਵੀ ਸਭ ਕੁਝ ਸਿੱਖਾ ਤੈਨੂੰ ਆਪਣੇ ਅੰਦਰ ਬਾਡੀ ਦੇ ਮਿਲਣਾ, ਬਾਹਰ ਕੱਖ ਨਹੀਂ ਮਿਲਣਾ। ਇਸ ਕਰਕੇ ਉਹ ਕਹਿੰਦਾ ਊਹਾਂ ਤਾਂ ਜਾਈਏ ਜਾਂ ਈਹਾਂ ਨਾ ਹੋ। ਔਰ ਇਸ ਕਰਕੇ ਹੁਣ ਈਹਾਂ ਅੰਦਰ ਆਉਣ ਲੱਗਾ ਕਬੀਰ ਸਾਹਿਬ ਦੇ। ਹਮਰੋ ਭਰਤਾ ਬੜੋ ਬਵੇਕੀ ਆਪੇ ਸੰਤ ਕਹਾਵੈ, ਇਹ ਹਮਰਾ ਭਰਤੋ ਬੜੋ ਬਵੇਕੀ ਆਪੇ ਸੰਤ ਕਹਾਵੈ। ਹੁਣ ਬਾਹਰਲਾ ਕੋਈ ਇਹ ਦੇਹ ਵਾਲਾ ਕੰਮ ਕਰ ਲੂਗਾ ਜੋ ਤੁਕ ਲਿਖ ਰਹੇ। ਉਹ ਹਮਾਰੇ ਮਾਥੇ ਕਾਇਮ ਔਰ ਹਮਰੇ ਲਿਖ ਨਾ ਆਵੇ, हमारे माथे कायम और हमरे लिखना। नकटी को ठन गन बाटा दू, नकटी को ठन गन बाटा, नकटी को ठन गन बाटा दू, नकटी को ठन गन बाटा। बड़े बनारस ਦੇ ਉਹਨਾਂ ਦੇ ਆਪਣੇ ਟੈਕਨੀਕਲ ਲਾਉਂਦੇ ਨੇ, ਕਹਿੰਦੇ ਬਾਡਾ ਡੂ, ਕਹਿੰਦੇ ਉਹਦੀ ਠਣਕਾਰ ਬੜੀ ਜਦੋਂ ਉਹ ਨੱਚਦੀ ਆਉਂਦੀ ਹੈ ਨਾ ਪੈਰਾਂ 'ਚ, ਐਨ ਮਾਇਆ ਜਿੱਦਾਂ ਕੋਈ ਐਸੀ ਸੋਹਣੀ ਆ, ਉਹ ਐਸੀ ਸੁੰਦਰ ਹੈ ਮਾਇਆ, ਔਰ ਉਹਦੇ ਇੰਨੇ ਗਹਿਣੇ ਪਏ, ਇੰਨੇ ਨੱਚਦੀ ਆਉਂਦੀ ਆ। ਉਹ ਜਿਹੜੀ ਠਣਕਾਰ ਹੈ ਨਾ, ਜਿੱਦਾਂ ਰੁਪਈਏ ਠਣਕਾ ਕੇ ਸੁੱਟਦੇ ਅੰਦਰ, ਠਣਕਾਰ ਰੁਪਈਆਂ ਦੀ ਠਣਕਾਰ 'ਚ ਹੀ ਮਹਾਜਨ ਔਰ ਬੜੇ ਬੜੇ ਜਿਹੜੇ ਲਾਲੇ ਆ ਉਹ ਫਸੇ ਹੁੰਦੇ ਆ। ਇਹਦੀ ਠਣਕਾਰ ਐਸੀ ਹੈ ਵੀ ਦੀਵਾਲੀ ਵਾਲੇ ਦਿਨ ਮਾਇਆ ਆਉਂਦੀ ਹੈ ਲక్ష్ਮੀ, ਉਦੋਂ ਫਿਰ ਰੁਪਈਏ ਸਾਰੇ ਦੁੱਧ ਨਾਲ ਧੋਂਦੇ ਆ, ਕੱਢ ਕੇ ਖਜ਼ਾਨੇ, ਜਿਹੜੇ ਗਰੀਬਾਂ ਦਾ ਖੂਨ ਚੂਸ ਚੂਸ ਕੇ ਸੂਦ ਇਕੱਠਾ ਕੀਤਾ ਹੁੰਦਾ ਨਾ, ਉਹ ਫਿਰ ਮਾਇਆ ਉਦੋਂ ਰਾਤ ਨੂੰ ਸਾਰੇ ਰੁਪਈਏ, ਇਹ ਸਾਰੀ ਮਾਇਆ ਬਾਹਰ, ਉਹਨੂੰ ਮਾਇਆ। ਪਰ ਸਾਡੀ ਮਾਇਆ ਇਹ ਨਹੀਂ ਹੈ। ਸਾਡਾ ਧਨੀ ਤੋਂ ਧਨੀ ਬੰਦਾ ਵੀ ਰੱਬ ਨੂੰ ਪਾ ਸਕਦਾ। ਸਾਡੀ ਮਾਇਆ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਵ ਦੂਜਾ ਲਾਇਆ, ਜਿਹਦੇ ਨਾਲ ਰੱਬ ਵਿਸਰ ਜਾਏ ਔਰ ਅਟੈਚ ਹੋ ਜਾਏ ਕਿਸੇ ਚੀਜ਼ ਨਾਲ ਵੀ, ਔਰ ਦੂਜਾ ਸ਼ੌਕ ਹੋ ਜਾਏ ਕੋਈ ਜ਼ਿੰਦਗੀ ਦਾ, ਇਹ ਮਾਇਆ ਪੈ ਗਈ ਉਹਨੂੰ। ਇਸ ਕਰਕੇ ਸਾਡੀ ਮਾਇਆ ਉਹ ਹੋਰ ਹੈ। ਇਹ ਰੁਪਏ ਪੈਸੇ ਦੀ ਵੀ ਐਸੀ ਮਾਇਆ ਵੀ ਇਹ ਮਾਇਆ ਦੀ ਠਣਕਾਰ ਕੀ, ਇਹ ਹਰ ਬੰਦੇ ਬ੍ਰਹਮਾ ਵਿਸ਼ਨ ਮਹੇਸ਼ ਔਰ ਇੰਦਰ ਨੂੰ ਤੇ ਬਹੁਤੀ ਮੋਹਦੀ ਹੈ ਨਾ। ਇਹ ਇੰਨੀ ਮਾਇਆ ਨੱਚਦੀ ਆਉਂਦੀ ਹੈ ਤਾਂ ਮਹਾਰਾਜ ਉਸ ਠਣਕਾਰ ਨੂੰ ਠਣਗਣ ਕਹਿੰਦੇ ਹੈ। ਨਕਟੀ ਕੋ ਠਣਗਣ ਬਾਡਾ ਤੂੰ, ਨਕਟੀ ਕੋ ਠਣਗਣ ਬਾਡਾ, ਨਕਟੀ ਕੋ ਠਣਗਣ 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 ਬਾਡਾ ਤੂੰ, ਨਕਟੀ ਕੋ ਠਣਗਣ ਬਾਡਾ। ਹੋਰ ਲਫ਼ਜ਼ ਨਾਲੇ ਕਹਿੰਦੇ ਇਹਨੂੰ ਸੋਹਣੀ ਨਾ ਸਮਝੋ, ਇਹਦੀ ਤੇ ਨੱਕ ਹੀ ਹੈ ਨਹੀਂ, ਨੱਕ ਕਟੀ ਹੈ, ਨਕਟੀ ਹੈ, ਨੱਕ ਕੱਟੀ ਹੈ। ਔਰ ਸਰੂਪ ਨਗਾ ਜਿੱਦਾਂ ਨੱਕ ਉਹਦੀ ਕੱਟ ਸਿੱਟੀ ਸੀ, ਕਹਿੰਦੇ ਇਹਦੀ ਨੱਕ ਕਿੰਨ ਕੱਟੀ ਹੈ। ਉਹਨੇ ਤੇ ਲਛਮਣ ਦਾ ਕੱਟੀ ਸੀ ਤੇ ਇਹਦੀ ਨੱਕ ਕਿੰਨ ਕੱਟੀ ਹੈ। ਮਹਾਰਾਜ ਕਹਿੰਦੇ ਕਿਨੇ ਬੱਬੇ ਕੀ ਕਾਟੀ ਤੂੰ, ਕਿਨੇ ਬੱਬੇ ਕੀ ਕਾਟੀ ਤੂੰ। ਰਹਾਓ ਕਹਿੰਦੇ ਕਿਸੇ ਬਵੇਕੀ ਬੰਦੇ ਨਾਲ, ਵਿਚਾਰਵਾਨ ਬੰਦੇ ਨਾਲ ਨੱਕ ਕੱਟੀ ਹੈ। ਹੁਣ ਵਿਵੇਕ ਕੀ ਹੈ? ਅਸੀਂ ਥੋੜਾ ਜਿਹੇ ਰਹਾਓ ਦੀ ਤੁਕ ਮਹੱਲੇ ਪੰਜਵੇਂ ਤੋਂ ਵਿਵੇਕ ਲੈਨੇ ਹੈ। ਔਰ ਵਿਵੇਕ ਦੀ ਗੱਲ ਕੀ ਹੈ? हमरो भरतो बड़ो विवेकी आपे संत कहावै, हमरो भरतो बड़ो भरता आपे संत कहावै। किने विवेकी काटी आशा कदी, किने विवेकी काटी तू, किने विवेकी काटी तू, किने विवेकी काटी तू, किने विवेकी काटी तू। नकटी को ठनगन बाडा डू, नकटी को ठनगन बाडा डू। बड़ा बड़ी ठनकार है दी नकटी ठनगन बाडा डू, नकटी को ठनगन बाडा डू। किने विवेकी काटी तू, किने विवेकी काटी तू, किने विवेकी काटी तू, किने विवेकी काटी तू।
ਗੁਰੂ ਅਰਜਨ ਪਾਤਸ਼ਾਹ ਹੁਣ ਵਿਵੇਕ ਦੀ ਗੱਲ ਦੱਸਣ ਲੱਗੇ। ਰਹਾਓ ਥੋੜ੍ਹੇ ਥੋੜ੍ਹੇ ਅਸੀਂ ਮਾਈਲਸਟੋਨ ਕੱਢ ਰਹੇ ਹਾਂ। ਐਸਾ ਗਿਆਨ ਦੇ ਵਿੱਚ ਵੀ ਵਿਵੇਕ ਦਾ ਲਫ਼ਜ਼ ਆਉਂਦਾ ਹੈ। ਇਹਦਾ ਕੀ ਸਰਬਲੋਹ ਦਾ ਵਿਵੇਕ ਹੈ, ਕੀ ਵਿਵੇਕ ਹੈ, ਵਿਵੇਕ ਕੀ ਚੀਜ਼ ਹੈ? ਹੁਣ ਗੁਰੂ ਅਰਜਨ ਪਾਤਸ਼ਾਹ ਵਿਵੇਕ ਦੱਸਣਗੇ ਵੀ ਵਿਵੇਕ ਕੀ ਹੈ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਜ ਜਨਾਂ ਸਿਉ ਸੰਗ ਨਾ ਛੁਟਕਿਓ, ਆਦਿਕ ਹੰਗੁਦ ਬਾਧੇ ਪਿਆਰੇ, ਇਨ ਵਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ। ਅੱਗੇ ਡੜਿਆ ਕੇ ਵਿਵੇਕ ਮੰਗ ਰਹੇ ਨੇ। ਦੇਖੋ ਪਿਆਰੇ, ਇਨ ਵਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ। ਪਿਆਰੇ, ਇਨ ਵਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੇ द्वार, ਦੀਜੇ ਬੁੱਧ ਵਿਵੇਕਾ। हार पर्यो स्वामी के द्वारे, दीजे बुद्धे बबेका। दीजे बुद्धे बबेका। गुरु अर्जन पातशाह विवेक मंग रहे हैं। हे मां अकाल पुरख, मैनू को बाणी विचारन दी बुद्ध दे। और दसम पातशाह ते अपने सिखां नूं उस वेले अपने सवैये च दस रहे ने, बुद्ध सो दीपक जिਉਂ जियारे। मेरा सिख बुद्धिमान होए, बाणी ਨੂੰ ਸਮਝਣ ਵਾਲਾ ਹੋਏ। बुद्ध सो दीपक ਜਿਉਂ ਜਿਆਰੇ, ਗਿਆਨੇ ਕੀ ਵੱਢਣੀ ਮਨੋ, ਹਾਥ ਲੈ ਕਾਤੁਰਤਾ ਕੁਤਵਾਰ ਬਹਾਰੇ। ਦਸਮ ਪਾਠ ਵਿਵੇਕ ਕੀ ਹੈ? ਬਾਣੀ ਨੂੰ ਵਿਚਾਰਨਾ। ਹੁਣ ਅਸੀਂ ਕੰਮ ਕੀ ਕਰ ਰਹੇ ਹਾਂ? ਬਾਣੀ ਨੂੰ ਗਾ ਵੀ ਰਹੇ ਹਾਂ, ਰਸ ਕੇ ਬਾਣੀ ਨੂੰ ਬਾਣੀ ਦੇ ਨਾਲ ਸਮਝ ਰਹੇ ਹਾਂ। ਇਹਦੀ ਵਿਚਾਰ ਵੀ ਸ਼ਬਦਾਂ ਦੇ ਨਾਲ ਸ਼ਬਦ ਨੂੰ ਖੁੱਲਣਗੇ। ਇਸ ਕਰਕੇ ਬਾਣੀ ਦਾ ਵਿਵੇਕ ਕੀ ਹੈ? ਬਾਣੀ ਨੂੰ ਬਾਣੀ ਨਾਲ ਖੋਲ੍ਹਣਾ। ਇਸ ਕਰਕੇ ਵਿਵੇਕ ਹੈ ਵਿਚਾਰ। ਜੇ ਅਸੀਂ ਵਿਚਾਰਾਂਗੇ ਨਾ ਤੇ ਮਹਾਰਾਜ ਕਹਿੰਦੇ ਆ ਵੀ ਮੈਂ ਕਰਮ ਸਮਝਣ ਦੀ ਕੋਸ਼ਿਸ਼ ਕਰਾਂ, ਵੀ ਮੈਨੂੰ ਕੋਈ ਥੋੜ੍ਹਾ ਜਿਹਾ ਵਿਵੇਕ ਦੇ। ਔਰ ਉਹ ਵਿਵੇਕ ਪਹਿਲਾ ਸਾਡਾ ਗੁਰੂ ਹੈ। ਬੰਦੇ ਦਾ ਗੁਰੂ ਕੀ ਹੈ? ਬਾਣੀ ਨੂੰ ਸਮਝ ਲਓ, ਬਾਣੀ ਆਉਣੀ ਸ਼ੁਰੂ ਹੋ ਜੂ ਅੰਦਰ ਸਮਝ, ਉਹੀ ਪਹਿਲਾ ਗੁਰੂ ਹੈ। ਔਰ ਇਹੋ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕ। ਪਹਿਲਾ ਗੁਰੂ। ਸਾਨੂੰ ਪਤਾ ਨਹੀਂ, ਗੁਰੂ ਦੀ ਦੇਹ ਨਹੀਂ ਹੈ ਸਾਡੇ ਦੀ, ਸਾਨੂੰ ਪਤਾ ਨਹੀਂ ਉਹ ਐਡਾ ਵੱਡੀ ਚੀਜ਼ ਹੈ। ਉਹਦੀ ਪਹਿਲੀ ਵਿਵੇਕ ਕੀ ਹੈ? ਵੀ ਬਾਣੀ ਦਾ ਵਿਚਾਰ ਕਰ, ਜੋ ਪੜ੍ਹਦਾ ਇਹਨੂੰ ਸਮਝੇ ਸੂਝੇ, ਪੜ੍ਹ ਬੂਝੇ, ਅੰਤ ਨਿਰੰਤਰੇ ਸਾਜਾ ਗੁਰੂ ਬਾਬਾ ਨਾਨਕ। ਇਸ ਕਰਕੇ ਇਹਦੀ ਜਿਹੜੀ ਵਿਚਾਰ ਹੈ, ਉਹ ਵਿਚਾਰ ਆਪਣੀ ਚਤੁਰਾਈ ਨਹੀਂ ਹੈ। ਵਿਚਾਰ ਸ਼ਬਦ ਨੂੰ ਸ਼ਬਦ ਨਾਲ ਟੈਲੀ ਕਰਕੇ ਇੱਕ ਇਕੁਏਸ਼ਨ ਬਣਾਉਣੀ। ਸਾਰੀ ਬਾਣੀ 'ਚ ਦੋ ਤਿੰਨ ਚੀਜ਼ਾਂ ਅਲੱਗ ਨਹੀਂ ਲਿਖੀਆਂ ਹੋਣਗੀਆਂ। ਜਿੱਥੇ ਇੱਕ ਚੀਜ਼ ਲਿਖੀ ਹੋਊਗੀ, ਉਹ ਸਾਰੀ ਬਾਣੀ 'ਚ ਸਚਾਈ ਉਹ ਚੱਲੇਗੀ। ਇਸ ਕਰਕੇ ਵਿਵੇਕ ਹੈ ਬਾਣੀ ਨੂੰ ਬਾਣੀ ਨਾਲ ਖੋਲ੍ਹਣਾ। ਹੁਣ ਵਿਵੇਕ ਇੱਥੇ ਮਹਾਰਾਜ ਮੰਗਦੇ ਔਰ ਕਹਿੰਦੇ ਇਸ ਮਾਇਆ ਦੀ ਨੱਕ ਨਹੀਂ ਕੱਟੀ ਜਾਣੀ ਜਿੰਨ ਚਿਰ ਤੂੰ ਬਾਣੀ ਦੀ ਵਿਚਾਰ ਨਹੀਂ ਕਰਦਾ। ਕਿਨੇ ਵਿਵੇਕੀ ਕਾਟੀ ਤੂੰ, ਕਿਨੇ ਵਿਵੇਕੀ ਕਾਟੀ ਤੂੰ, ਕਿਨੇ ਵਿਵੇਕੀ ਕਾਟੀ ਤੂੰ, ਕਿਨੇ ਵਿਵੇਕੀ ਕਾਟੀ ਤੂੰ। ਬੜਾ ਡੂੰਘਾ ਉੱਚ ਹੱਦੀ ਬੈਣੇ ਵੀ ਕਬੀਰ ਸਾਹਿਬ ਦੇ। ਸਭ ਤੋਂ ਜ਼ਿਆਦਾ ਮਾਇਆ ਬਿਊਟੀ ਨਾਲ ਪੈਂਦੀ ਹੈ, ਸਰੂਪ ਨਾਲ ਪੈਂਦੀ ਹੈ, ਹੁਸਨ ਨਾਲ ਪੈਂਦੀ ਹੈ। ਕੋਈ ਸੋਹਣੀ ਚੀਜ਼ ਹੋਵੇ, ਸੋਹਣੀ ਬੀਬੀ ਹੋਵੇ, ਸੋਹਣਾ ਬੰਦਾ ਹੋਵੇ, ਰੂਪ ਤੇ ਇਹ ਐਸੀ ਚੀਜ਼ ਹੈ ਜਿਹੜੀ ਮਾਇਆ ਸਭ ਤੋਂ ਜ਼ਿਆਦਾ ਰੂਪ ਤੇ ਪੈਂਦੀ ਹੈ, ਰੰਗ ਤੇ ਪੈਂਦੀ ਹੈ, ਰਸ ਤੇ ਪੈਂਦੀ ਹੈ। रूप रंग रस बाध के करे प्राणियां, जिस भुलाए आप तिस कल नहीं जानियां, डिठा सब संसार सुख ना नाम बिन। रूप सब ਤੋਂ ਜ਼ਿਆਦਾ ਮਹਾਰਾਜ ਨਾ ਵਾਲਾਂ ਦਾ ਤੇ ਨੱਕ ਦਾ ਮੰਨਿਆ ਹੈ। ਸੋਹਣੇ ਨੱਕ ਤੇ ਲੰਬੜੇ ਵਾਲਾ ਅਕਾਲ ਪੁਰਖ ਦਾ ਬਾਬਾ ਨਾਨਕ ਰੂਪ ਦੱਸ ਰਿਹਾ। ਐਡਾ ਸੋਹਣਾ ਉਹ ਹੈ, ਨੱਕ ਐਡੀ ਸੋਹਣੀ, ਐਡੀ ਤਿੱਖੀ। ਮਹਾਰਾਜ ਕਹਿੰਦਾ ਇਹ ਭਗਤਾਂ ਨੇ ਇਹਦੀ ਪਹਿਲਾਂ ਨੱਕ ਹੀ ਵੱਡੀ। ਮਤਲਬ ਭਗਤ ਨਹੀਂ ਇਸ ਰੂਪ ਦੇ ਉੱਤੇ ਕਦੀ ਵੀ ਖਿਸਕਦਾ ਔਰ ਉਹਨੂੰ ਸਮਝਦਾ ਵੀ ਇਹ ਮਾਇਆ ਹੈ ਔਰ ਮੈਂ ਇਹਨੂੰ ਇਹਦੀ ਨੱਕ ਪਹਿਲਾਂ ਵੱਢਣੀ ਆ। ਮਤਲਬ ਮੈਂ ਇਹਦੀ ਬਿਊਟੀ ਤੇ ਨਹੀਂ ਕਿਸੇ ਦੀ ਉੱਤੇ ਮਰਨਾ। ਇਹ ਬੜਾ ਭਾਰੀ ਖਿੱਚ ਆ ਦੁਨੀਆ ਦੇ ਵਿੱਚ। ਇਹ ਜਿਹੜਾ ਸਮਝ ਗਿਆ ਉਹ ਨਾਮ ਜਪ ਗਿਆ ਔਰ ਬਚ ਗਿਆ ਇਸ ਮਾਇਆ ਤੋਂ। ਕਿਨੇ ਬੱਬੇ ਕਾਟੀ ਤੂੰ, ਕਿਨੇ ਬੱਬੇ ਕੀ ਕਾਟੀ ਤੂੰ, ਨੱਕ ਟੀਕੋ ਠਣਗਣ ਬਾਟਾ, ਨੱਕ ਟੀਕੋ ਠਣਗਣ ਬਾਟਾ। ਨਹੀਂ ਤੇ ਇਹਦੇ ਰੂਪ 'ਚ ਹੀ ਫਸ ਜਾਏਗਾ ਤੂੰ। ਅਸੀਂ ਹੁਣ ਉੱਤੇ ਮਹੱਲੇ ਪਹਿਲੇ ਦੀ ਥੀਸਸ, ਮਹੱਲੇ ਪਹਿਲੇ ਦੀਆਂ ਲਾਈਨਾਂ ਲੈਣ ਲੱਗੀਆਂ ਜਿਹੜੇ ਕਿ ਸਾਰੇ ਕਿਸੇ ਅਭਿਆਸੀ ਦਾ ਭਲਾ ਹੋ ਜੂ।
ਜੇ ਇਸ ਚੀਜ਼ ਤੋਂ ਮਾਇਆ ਤੋਂ ਬਚ ਗਿਆ। ਔਰ ਸਭ ਤੋਂ ਪਹਿਲਾਂ ਮਹਾਬਲੀ ਜਿਹੜੀ ਪੈਂਦੀ ਹੈ ਅਭਿਆਸੀ ਜਾਂ ਸਾਰੇ ਇਨਸਾਨੀਅਤ ਤੇ ਔਰ ਪਈ ਹੈ, ਉਹਦੇ ਲਈ ਅਸੀਂ ਬਾਬੇ ਨਾਨਕ ਦਾ ਸ਼ਬਦ ਲੈ ਰਹੇ ਹਾਂ। ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ। ਅਭਿਆਸੀ ਦੇ ਭਲੇ ਲਈ ਗੱਲਾਂ ਖਾਸ ਕਰਕੇ ਜਿਸ ਵੇਲੇ ਇਸ ਵੇਲੇ ਕਲਯੁਗ ਦਾ ਨੰਗਾ ਨਾਚ ਹੋ ਰਿਹਾ, ਸਾਨੂੰ ਗੁਰੂ ਬਾਬੇ ਨਾਨਕ ਦੀਆਂ ਲਾਈਨਾਂ ਵਿੱਚ ਆਉਣਗੀਆਂ। ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਤੂੰ ਅੱਗ ਨੂੰ ਲੱਕੜਾਂ ਪਾ ਕੇ ਬੁਝਾਉਣਾ ਚਾਹੁੰਦਾ ਹੈ, ਅੱਗ ਤੇ ਪਾਣੀ ਸੁੱਟ। ਤੂੰ ਹੋਰ ਰੂਪ ਦੇਖਦਾ, ਤੇਰੀ ਹੋਰ ਅੱਗ ਭੜਕਦੀ ਹੈ। ਇਸ ਕਰਕੇ ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਇੱਥੋਂ ਸ਼ਲੋਕ ਸ਼ੁਰੂ ਕਰ ਦੇ। ਦੁਖੀ ਦੁਨੀ ਸਹੇੜੀਐ, ਤੂੰ ਤੇ ਦੁੱਖਾਂ ਦੀ ਦੁਨੀਆ ਸਹੇੜ ਲਈ। ਦੁਖੀ ਦੁਨੀ ਸਹੇੜੀਐ, ਦੁਖੀ ਦੁਨੀ ਸਹੇੜੀਐ, ਜਾਏ ਤਾਂ ਲੱਗੇ ਦੁੱਖ। ਤੂੰ ਰੂਪ ਤੂੰ ਗਾਂ ਵੱਧ ਕੇ ਸਰੀਰ ਦੇ ਸਵਾਦਾਂ ਵੱਲ ਵੀ ਰਸਾਂ ਵੱਲ ਵੀ ਜਾਣਾ। ਮਹਾਰਾਜ ਕਿਹਾ ਜੇ ਤੇ ਰਸ ਸਰੀਰ ਕੇ, ਜੇ ਤੇ ਰਸ ਸਰੀਰ ਕੇ। ਆ ਜਿਹੜਾ ਕਿ ਵੈਸਟਰਨ ਹੈਮੀਸਫੀਅਰ, ਸਾਡਾ ਈਸਟਰਨ ਹੈਮੀਸਫੀਅਰ ਤੇ ਫੇਰ ਬਾਜੂ ਕਿਤੇ ਕਾਲਪੁਰਖ ਦੀ ਕਿਰਪਾ ਨਾ, ਕਿਉਂਕਿ ਸਾਡੇ ਕੋਲ ਆ ਰਿਸ਼ੀ ਮੁਨੀਆਂ ਗੁਰੂਆਂ ਦਾ ਗਿਆਨ ਹੈ। ਵੈਸਟਰਨ ਹੈਮੀਸਫੀਅਰ ਡਰੱਗਸ ਔਰ ਸੈਕਸ ਔਰ ਡਾਈਵੋਰਸ ਚ ਗਲ ਰਿਹਾ। ਇਸੇ ਕਰਕੇ ਕਿਉਂ? ਜੇ ਤੇ ਰਸ ਸਰੀਰ ਕੇ, ਜੇ ਤੇ ਰਸ ਸਰੀਰ ਕੇ। ਹੁਣ ਇਹ ਸੋਸ਼ਲ ਅਪਲਿਫਟ ਨਹੀਂ ਕਰ ਲਿਆ ਗੁਰੂ ਨਾਨਕ, ਉਹ ਸਿਰਫ ਨਾਮ ਹੀ ਜਪਾ ਰਿਹਾ ਨਹੀਂ, ਉਹ ਗੁਰਮੁਖ ਰਾਸਤਾ ਦੱਸ ਰਿਹਾ ਹੈ। ਸਾਡਾ ਜਿਹੜਾ ਗੁਰਮੁਖੇ ਲਫ਼ਜ਼ ਆਉਂਦਾ ਹੈ ਉਹਦੇ 'ਚ ਸਾਰੇ ਔਗਣ ਛੱਡਣੇ ਪੈਂਦੇ ਹੈ। ਇਸ ਕਰਕੇ ਗੁਰਮੁਖੇ ਰਾਸਤਾ ਐਸਾ ਹੈ ਜਿਹੜਾ ਕਿ ਐਸਾ ਚੈਨਲ ਹੈ, ਪਹਿਲਾਂ ਇਨਸਾਨ ਬਣਾਉਂਦਾ ਹੈ, ਬੰਦਾ ਬਣਾਉਂਦਾ ਹੈ। ਭਗਤ ਭੁਗਤ ਬਾਅਦ 'ਚ ਬਣੇਗਾ, ਕਹਿੰਦਾ ਪਹਿਲਾਂ ਇਨਸਾਨ ਬਣ ਔਰ ਇਹਨਾਂ ਐਬਾਂ ਤੋਂ ਬਾਅਦ ਔਰ ਮਾਇਆ ਤੋਂ ਬਾਅਦ ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਦੇਖ ਲਓ ਹੋਰ ਆ ਲਾਸ ਬੋਗਸ ਕਹਿੰਦਾ ਉਹਨਾਂ ਮੈਂ ਜਾ ਕੇ ਲਾਸ ਵੇਗਸ ਚਲੇ ਜਾਓ, ਕੀ ਹੁੰਦਾ ਉੱਥੇ? ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਜਾਂ ਦੇਖਾਂ ਤਾਂ ਭੁੱਖ। ਆਵਾ ਸਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ ਸੋਸ਼ਲ ਅਪਲਿਫਟ ਕਰ ਰਿਹਾ, ਐਸੀ ਸੁਸਾਇਟੀ ਦੇ ਰਿਹਾ ਜਿਹੜੀ ਕਿ ਗੁਰੂ ਕਾਲ ਵੇਲੇ ਸੀ। ਇਹ ਜੇ ਤੇ ਰਸ ਸਰੀਰ ਕੇ, ਓਏ ਨਾਮ ਰਸ ਲੈ। ਜੇ ਤੇ ਰਸ ਸਰੀਰ ਕੇ, ਵਾਹ ਵਾਹ। ਇਹ ਜੇ ਤੇ ਰਸ ਸਰੀਰ ਕੇ, ਤੇ ਲਗੇ ਜੇ ਤੇ ਰਸ ਸਰੀਰ ਕੇ, ਤੇ ਲਗੇ ਨਾਨਕ
ਸੱਚੇ ਨਾਮ ਬਿਨ, ਨਾਨਕ ਸੱਚੇ ਨਾਮ ਬਿਨ, ਨਾਨਕ ਸੱਚੇ ਨਾਮ ਬਿਨ, ਕਿਸੇ ਨਾਲ ਲੱਥੀ ਰੂਪੀ ਭੁੱਖ ਨਾ ਉਤਰੈ। ਐਸੀ ਸਤਿਗੁਰੂ ਦੀ ਪਰਸਨੈਲਿਟੀ, ਉਹ ਵਜੂਦ ਜਦੋਂ ਅੰਦਰ ਆ ਜਾਂਦਾ ਹੈ, ਕੀ ਇਹੋ ਜਿਹੀਆਂ ਲਾਈਨਾਂ ਖੰਡ ਪਾਠ ਕਰਕੇ ਨਿਗਾਉਣ ਵਾਲੀਆਂ? ਜੋ ਉਪਦੇਸ਼, ਜੋ ਨਿਚੋੜ ਦੁਨੀਆਂ ਦੇ ਸਹੂਲਤ ਲਈ ਬਾਬਾ ਨਾਨਕ ਦੇ ਰਿਹਾ, ਉਹਨੂੰ ਖੰਡ ਪਾਠ ਕਰਕੇ ਨਿਗਾਇਆ ਜਾ ਰਿਹਾ। ਅਸਰ ਕੀ ਹੋਣਾ ਸੰਗਤ? ਇਸ ਕਰਕੇ ਕੌਮ ਨੂੰ ਹੱਥ ਜੋੜ ਕੇ ਬੇਨਤੀ ਹੈ, ਕਰੋ ਖੰਡ ਪਾਠ, ਪਰ ਭੋਗ ਨਾ ਤੀਜੇ ਦਿਨ ਪਾਓ, ਭਾਵੇਂ 3 ਸਾਲ ਬਾਅਦ ਭੋਗ ਪਏ। ਪੜੀ ਚੱਲਿਓ ਪਾਠ ਰਸ ਕੇ ਰਸ ਕਾਪੇ ਮਹਾਰਾਜ ਡਾ ਦੋ, ਭਾਵੇਂ 15 ਦਿਨ ਬਾਅਦ ਭੋਗ ਪਏ, ਪੜੋ ਸਾਰੀ ਬਾਣੀ। ਲੇਕਿਨ ਜੇ ਤੁਸੀਂ ਇਹੋ ਜਿਹਾ ਗਿਆਨ ਐਂ ਲਗਾ ਦਿੰਦੇ ਹੋ ਤੇ ਉਹਦਾ ਨਹੀਂ। ਆ ਦੇਖੋ ਬਾਬਾ ਕਿੰਨੀ ਵੱਡੀ ਥਿਊਰੀ ਦੇ ਰਿਹਾ ਇਸ ਵੇਲੇ। ਨੰਗੇ ਕਲਯੁਗ ਨਾਚ ਜਿਹੜਾ ਹੋ ਰਿਹਾ, ਉਹਦੇ ਖਿਲਾਫ ਜਾਗਰਤ ਪੈਦਾ ਕਰ ਰਿਹਾ। ਰੂਪੀ ਭੁੱਖ ਨਾ ਉਤਰੈ, ਰੂਪੀ ਭੁੱਖ ਨਾ ਉਤਰੈ, ਏ ਰੂਪੀ ਭੁੱਖ ਨਾ ਉਤਰੈ, ਜਾ ਦੇਖਾਂ ਤਾਂ। ਗੁਰੂ ਅਮਰਦਾਸ ਸਾਹਿਬ ਕਹਿੰਦਾ, ਜੇ ਲੱਖ ਇਸਤਰੀਆਂ ਭੋਗ ਕਰੇ, ਬਾਣੀ ਹੈ, ਲੱਖਾਂ ਇਸਤਰੀਆਂ ਨਾਲ ਤੂੰ ਭੋਗ ਕਰ ਲਾ, ਬਿਨ ਸਤਿਗੁਰ ਸੁੱਖ ਨਾ ਹੋਈ। ਹੁਣ ਇਹ ਸਤਿਗੁਰ ਲੱਭਣਾ ਪੈਣਾ। ਆ ਜਦੋਂ ਅੰਦਰ ਆ ਜਾਂਦਾ, ਇਹ ਚੀਜ਼ਾਂ ਨਹੀਂ ਉਹਨੂੰ ਵਿਆਪ ਸਕਦੀਆਂ। ਜੇ ਲੱਖ ਇਸਤਰੀਆਂ ਭੋਗ ਕਰੇ, ਨਵਖੰਡ ਰਾਜ ਕਮਾਵੇ, ਭਾਵੇਂ 9 ਦੀਪਾਂ, 9 ਬਰਰੇ ਆਜ਼ਮਾਂ ਦਾ 9 ਖੰਡ, ਜਿਹੜੀ ਦੁਨੀਆ ਦੀਆਂ ਧਰਤੀਆਂ, ਏਸ਼ੀਆ, ਯੂਰਪ, ਸਾਰੇ ਕਹਿੰਦੇ 9 ਖੰਡ ਰਾਜ ਕਰ, ਬਿਨ ਸਤਿਗੁਰ ਸੁੱਖ ਨਾ ਹੋਈ ਰਾਮ। ਇਸ ਕਰਕੇ ਸਤਿਗੁਰ ਨਾਲ ਆਣ ਕੇ ਕੀ ਕਰਨਾ ਹੈ? ਉਹਨੇ ਇਸ ਮਾਇਆ ਦੀ ਨੱਕ ਵੜ ਸਿੱਟਣੀ ਹੈ, ਤਾਂ ਕਿ ਤੂੰ ਰੂਪ ਤੇ ਫਿਸਲ ਨਾ ਜਾਏ ਦੇਖ ਕੇ ਸੁਪਨ ਦੇ ਉੱਤੇ। ਤੋ ਇਸ ਕਰਕੇ ਕਹਿੰਦੇ, ਮਹਾਰਾਜ ਕਹਿੰਦੇ, ਕਿਨੇ ਬੱਬੇ ਕੀ ਕਾਟੀ ਤੂੰ, ਕਿਨੇ ਬੱਬੇ ਕੀ ਕਾਟੀ ਤੂੰ, ਕਿਨੇ ਬੱਬੇ ਕੀ ਕਾਟੀ ਤੂੰ, ਕਿਨੇ ਬੱਬੇ ਕੀ ਕਾਟੀ। ਨਕਟੀ ਕੋ ਠਣ ਗਣ ਠਣ ਠਣ ਗਣ ਠਣ ਗਣ ਠਣ ਗਣ ਬਾਡਾ ਦੂ, ਨਕਟੀ ਕੋ ਠਣ ਗਣ ਬਾਡਾ ਦੂ, ਨਕਟੀ ਕੋ ਠਣ ਗਣ ਬਾਡਾ ਦੂ, ਨਕਟੀ ਕੋ ਠਣ ਗਣ ਬਾਡਾ ਦੂ। हमरो परता बड़ बवेकी, आपे संत कहावे, हमरो परता बड़ बवेकी, आपे संत कहावे। हुण बाहरला संत काम कर दो नहीं। हमरो परता बड़ बवेकी, आपे संत कहावे, ये ओहो हमारे माथे काम और हमरे निकट ना। नकटी को ठन गण बाटा दू, नकटी को ठन गण बाटा दू, नकटी को ठन गण बाटा दू, नकटी को ठन गण बाटा दू। आया कबीर साहब दा रेवोल्यूशनरी ज्ञान जोगियां दे अगेंस्ट। उस वेले सारे हिंदुस्तान च जोगी सिद्ध और इन्हां गृहस्थी और सारे लोग मुट्ठी च लए सी, रिधियां सिधियां इन्हां कोल ਜਿਹੜੇ तप कर रहे सी। ਹੁਣ जोगियां मगर आउण लगे। एक इन्हां दा टोला सी जोगियां दा, एक प्याले च कुक्कड़ दा मांस पा लेंदे सी, एक प्याले च शराब पा लेंदे सी, और आले दुआले बैठ के फिर भगती करदे सी। ਇੱਥੋਂ शब्द शुरू करदा, इस टोले दे दुआले होण लगा भी जे तू मांस शराब खाना है आई है। कहते जी कित्थे लिखिया बाणी च मांस शराब मना। तो एक प्याले च कुक्कड़ दा मांस और एक प्याले दे विच शराब। जिहड़ा कुक्कड़ है ਉਹਨੂੰ उरकट कुरकट लिखिया, क्योंकि कुकड़ू घड़ूओं की आवाज़ के नाल महाराज ने लफ्ज मिलाया। कहते एक प्याले च तू कुकड़ू घड़ू पा लेना, उरकट कुरकट, एक प्याले च तू पानी पा लेना, शराब पा लेना,
ਉਹ ਭਗਤੀ ਏਦਾਂ ਕਰਦੇ ਐ, ਮਸਤੀ ਇਹਨਾਂ ਦੇ ਟੋਲੇ ਐ। ਹਲੀ ਤੱਕ ਗੁਰਦਾਸਪੁਰ ਸਾਰੇ ਆ ਜਿਹੜੇ ਸੇਵਕ ਆ ਉਹ ਸ਼ਰਾਬ ਦੀ ਬੋਤਲ ਸੰਗਤਰੇ ਦੀ ਲੈ ਕੇ ਜਾਂਦੇ ਜੋਗੀਆਂ ਕੋਲ। ਮੈਂ ਉਹ ਤਾਂ ਸਾਡੀ ਸੁਸਾਇਟੀ ਵਿਗੜ ਰਹੀ ਹੈ। ਇਸ ਕਰਕੇ ਇਹ ਸਾਰੇ ਤਾਂ ਜਾ ਕੇ ਸ਼ਬਦ ਸਮਝ ਆਉਣਗੇ ਵੀ ਭਗਤਾਂ ਦਾ ਰੈਵੋਲੂਸ਼ਨਰੀ ਗਿਆਨ, ਸੁਸਾਇਟੀ ਦੀ ਅਪਲਿਫਟ ਕਿੱਦਾਂ ਹੋਣੀ ਹੈ ਜੇ ਅਸੀਂ ਸ਼ਬਦਾਂ ਦੇ ਮਗਰ ਲੱਗਾਂਗੇ। ਇੱਕ ਪਿਆਲੇ 'ਚ ਸ਼ਰਾਬ, ਇੱਕ ਪਿਆਲੇ 'ਚ ਕੁੱਕੜ ਦਾ ਮਾਸ, ਤੇ ਮਹਾਰਾਜ ਕਹਿੰਦੇ ਇਹ ਪਿਆਲੇ ਨੂੰ ਪੱਤਰ ਕਿਹਾ ਹੈ। ਇੱਕ ਤੇ ਪੱਤਰ ਪਰ ਉਰਕਟ ਕੁਰਕਟ, ਇੱਕ ਤੇ ਪੱਤਰੇ ਭਰੇ ਪਾਣੀ, ਆਸ ਪਾਸ ਪੰਜ ਜੋਗੀਆ ਬੈਠੇ, बीच नकटे दे रानी, बीच नक वड्डी, ये सारी माया दी खेड है। पंच जोगी बैठे है आस पास, पंच जोगी आ बैठे, बड़े बड़े प्रधान जोगी जां पंच, सारे काम क्रोध लोभ मोह हंकार पंजा माया फसे। माया दा सब तो वड्डा, सब तो वड्डी फौज की है? साढ़े पंज काम क्रोध लोभ मोह हंकार। इस करके कहंदे एक प्याले कहंदे तुसीं ते सारी माया दी सेवा कर, पर भगत ना भी आपे माया। बाणी चाਹੁੰਦੀ ਇੱਕੋ बड़े बड़े ऋषि मुनि महेश आ तिन्ने देवते वड्डे ब्रह्मा विष्णु महेश माया च है, तिन्ना गुणा च है, पर भगत ना भी आपे माया। भगता जिहड़ा भगत बन जाए, नानक भगतां सदा विगास। इस करके ਉਹ ਜਿਹੜੇ ਭਗਤ ਬਣ ਜਾਂਦੇ ਹੈ, ਇਸ ਹਿਸਾਬ ਦੇ ਨਾਲ ਸਾਰੀ ਬਾਣੀ ਹੀ ਭਗਤੀ ਮਾਰਗ ਹੈ। ਸਾਰੀ ਬਾਣੀ ਭਗਤੀ ਮਾਰਗ ਹੈ, ਤਦੇ ਬਾਕੀ ਭਗਤਾਂ ਦੇ ਸ਼ਬਦ ਆਏ ਹੈ। ਇਸ ਕਰਕੇ ਭਗਤੀ ਮਾਰਗ ਹੀ ਸਭ ਤੋਂ ਉੱਚਾ ਹੈ, ਬਲਕਿ ਪ੍ਰੇਮਾ ਭਗਤੀ ਮਾਰਗ ਹੱਠ ਭਗਤੀਆਂ ਵੀ ਹੈ। ਤੋ ਇਹ ਪ੍ਰੇਮਾ ਭਗਤੀ ਮਾਰਗ, ਇਹ ਜੇ ਸਾਰੀ ਮਾਲਾ ਦੇ ਜਿੰਨੇ ਭਗਤ ਉਹਨਾਂ ਦੇ ਸ਼ਬਦ ਆ ਰਹੇ ਹੈ ਵੀ ਇਸ ਚੀਜ਼ ਤੋਂ ਬਚੋ, ਇਹ ਸਭ ਤੋਂ ਵੱਡੀ ਮਾਇਆ ਹੈ। ਇੱਥੋਂ ਸ਼ੁਰੂ ਕਰ ਦੇ। ਇੱਕ ਤੇ ਪੱਤਰੇ ਪਰ ਉਰਕਟ ਕੋਰ, ਇੱਕ ਤੇ ਪੱਤਰੇ ਪਰ ਪਾਣੀ। ਹੁਣ ਖੰਡ ਪਾਠ ਕਰਨ ਵਾਲੇ ਨਾਲੇ ਪੜ੍ਹੀ ਜਾਂਦੇ ਨਾਲੇ ਕੰਮ ਕਰੀ ਜਾਂਦੇ। ਇੱਕ ਤੇ ਪੱਤਰੇ ਪਰ ਜੇ ਬਾਣੀ ਦੇ ਸ਼ਬਦ ਸਮਝ ਹੋਣ, ਉਹਨਾਂ ਦਾ ਵੀ ਭਲਾ ਹੋ ਜਾਏ। ਇੱਕ ਤੇ ਪੱਤਰੇ ਪਰ, ਇੱਕ ਪੱਤਰੇ ਪਰ ਪਾਣੀ, ਆਸੇ ਪਾਸ ਪੰਜ ਜੋਗੀਆ ਬੈਠੇ, बीच नकट दे रानी। ਇਹ बीच नकट दे, ਇਹ ਸ਼ਬਦ ਚ 3-4 ਵਾਰੀ ਨੱਕ ਵੱਢੀ ਹੈ ਇਸ ਮਾਇਆ ਦੀ। बीच नकट दे रानी, ਇਹ बीच नकट दे रानी। पीको ठन गन बाडा, नक पीको ठन गन बाडा। ਇਹਦੀ ਵੱਡੀ ਖੰਡ ਬ੍ਰਹਮੰਡ ਮੋਏ ਐ ਇਹਨੇ। ਕਹਿੰਦੇ ਲੈ ਹੈ ਨੱਕ ਕੱਟੀ, ਕਿਨ ਕੱਟੀ ਹੈ? ਕਿਨੇ ਬਬੇ ਕੀ ਕਾਟੀ ਤੂੰ, ਕਿਨੇ ਬਬੇ ਕੀ ਕਾਟੀ ਤੂੰ, ਕਿਨੇ ਬਬੇ ਕੀ ਕਾਟੀ ਤੂੰ, ਕਿਨੇ ਬਬੇ ਕੀ ਕਾਟੀ ਤੂੰ। ਠਨ ਗਨ ਬਾਡਾ, ਨਕ ਪੀਕੋ ਠਨ ਗਨ ਬਾਡਾ। ਆਹਾ ਇਹ ਸਗਲ ਮਾਹੇ ਨਕ ਟੀਕਾਵਾ, ਸਗਲ ਮਾਰ ਆਹੇ। ਕਹਿੰਦੇ ਸਾਰੇ ਪਵਨਾ, ਸਾਰੇ ਖੰਡ ਬ੍ਰਹਮੰਡਾ, ਸਾਰੇ ਨੇ ਆਮ ਮਾਰੇ ਭੁਆ ਭੁਆ ਕੇ। ਬੜੇ ਬੜੇ ਰਿਸ਼ੀ ਮੁਨੀ, ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ, ਕਹਿੰਦੇ ਸਾਰਿਆਂ 'ਚ ਇਹ ਮਾਇਆ ਹੀ ਮਾਇਆ ਫੈਲੀ ਹੈ। ਸਗਲ ਮਾਰ ਟੀਕਾਵਾ, ਸਗਲੇ ਮਾਰ। ਆਹਾ ਆਇਆ ਪਿੰਡਾਂ ਵਾਲਾ ਲਫ਼ਜ਼। ਸਗਲਿਆਂ ਕੀ ਹਾਂ ਭੈਣ ਭਾਣ, ਜਿਨੇ ਬਰੀ ਤੇ ਸੁਚੇਰੀ। ਕਬੀਰ ਸਾਹਿਬ ਕਹਿੰਦਾ ਇਹ ਸਾਰਿਆਂ ਦੀ ਭੈਣ ਤੇ ਭਾਣਜੀ ਆ, ਸਭ ਲੱਗਦੀ ਆ। ਮੈਂ ਇਹਨੂੰ ਰੰਨ ਬਣਾ ਕੇ ਰੱਖਿਆ। ਚੇਰੀ ਕਹਿੰਦੇ ਹੈ ਘਰ ਵਾਲੀ ਨੂੰ, ਔਰ ਮੈਂ ਇਹਨੂੰ ਇਹਦੇ ਕੋਲ ਸੇਵਾ ਲੈਣਾ, ਬਾਕੀ ਸਾਰੇ ਇਹਦੇ ਰਿਸ਼ਤੇਦਾਰ ਹੈ। ਸਗਲਿਆਂ ਕੀ ਭੈਣ ਭਾਣ, ਜਿਨੇ ਬਰੀ ਤੇ ਸੁਚੇਰੀ। ਜਿੰਨੇ ਇਹਦੇ ਨਾਲ ਵਿਆਹ ਕੀਤਾ, ਮਤਲਬ ਜਿਹਦੇ ਅੰਡਰ ਹੈ। ਜਿਨੇ ਬਰੀ ਤੇ ਸੁਚੇਰੀ, ਵਾਹ ਜਿਨੇ ਬਰੀ ਤੇ ਸੁਚੇਰੀ। ਇਹ ਸਗਲ ਮਾਹੇ ਨਕ ਟੀਕਾ ਵਾਸਾ, ਸਗਲ ਮਾਰੇ ਔਹੇਰੀ। ਇਹ ਸਗਲ ਮਾਹੇ ਨਕ ਟੀਕਾ ਵਾਸਾ, ਸਗਲ ਮਾਰੇ ਔਹੇਰੀ। ਇਹ ਸਗਲਿਆਂ ਕੀ ਹਾਂ ਭੈਣ ਭਾਣ, ਜਿਨੇ ਬਣੀ ਤੇ ਸੁਚੇਰੀ। ਨਕ ਟੀਕੋ ਠਨ ਗਨ ਬਾਡਾ ਡੂ, ਨਕ ਟੀਕੋ ਠਨ ਗਨ ਬਾਡਾ ਡੂ। ਕਹਿੰਦਾ ਮੈਂ ਕਿੱਦਾਂ ਬਚਿਆ? ਹਮਰੋ ਭਰਤਾ ਬਡੋ ਬਵੇਕੀ, ਆਪੇ ਸੰਤ ਕਹਾਵੇ। ਉਹ ਆਪੇ ਸੰਤ ਕਹਾਵੇ, ਆਪੇ ਸੰਤ ਕਹਾਵੇ,
आपे संत कहावे, ये आपे संत कहावे। ते हमरो भरत बड़ो विवेकी, आपे संत कहावे। ओहो हमारे माथे का और हमरे निकटे ना आवे। कहदा तो मेरे ते लागे ओदी लंघ सकदी है, और हमरे निकटे ना आवे, हमरे निकट ना आवे। कहदा पहला ते मैं इस खूबसूरती दा, ब्यूटी दा, हुसन दा पुआड़ा है पाया। मैं किसे नूं खूबसूरत नहीं मानदा, मैं खूबसूरती ते ब्यूटी ते हुसन ते मैं नहीं डिग सकदा। और दूसरा मैं आ ਜਿਹੜੇ ਮੇਰੇ ਕੰਨ ਨਿੰਦਿਆ ਚੁਗਲੀ ਸੁਣਦੇ ਹਨ, ਇਹਨਾਂ ਤੋਂ ਮੈਂ ਬਚਣਾ ਤਾਂ ਬੰਦਾ। ਦੋ ਥਾਂ ਭਾਰੀ ਮਾਇਆ ਪੈਂਦੀ ਹੈ, ਇੱਕ ਅਸੀਂ ਲਈ ਆ ਰਹੇ ਹਾਂ ਵੱਡਾ ਫੈਕਟਰ ਵੀ ਹੁਸਨ ਸਰੂਪ ਖੂਬਸੂਰਤੀ, ਔਰ ਦੂਸਰੀ ਮਾਇਆ ਪੈਂਦੀ ਹੈ ਕੰਨਾਂ 'ਤੇ। ਕੰਨਾਂ ਨਾਲ ਨਿੰਦਿਆ ਚੁਗਲੀ ਸੁਣਨੀ, ਨਿੰਦਿਆ ਚੰਗੀ ਗੱਲ ਤੇ ਸੁਣਨੀ ਨਾ, ਜਿੱਥੇ ਨਿੰਦਿਆ ਚੁਗਲੀ ਦੌੜ ਕੇ ਕੰਨ ਡਾਉਣੇ, ਯਾਰ ਕੀ ਕਹਿ ਰਹੇ ਹੋ। ਉਹ ਜਿਹੜੀ ਨਿੰਦਿਆ ਭਲੇ ਕੰਮ ਲਈ ਨਹੀਂ, ਜਿੱਥੇ ਚਾਰ ਇਕੱਠੇ ਹੋਣ ਕੰਨ ਗਾਹ ਡਾਉਂਦੇ ਅਗਲੇ, ਯਾਰ ਕੀ ਗੱਲ ਕਰ ਰਹੇ। ਉਹ ਯਾਰ ਤੈਨੂੰ ਦੱਸ ਤੇ ਦਿੰਦੇ ਆ, ਪਰ ਗਾਹ ਨਾ ਦੱਸੀ, ਨਾਲੇ ਦੱਸ ਵੀ ਦਿੰਦੇ। ਇਸ ਕਰਕੇ ਉਹ ਜਿਹੜੀ ਨਿੰਦਿਆ ਚੁਗਲੀ ਹੈ ਸਭ ਤੋਂ ਬਾਣੀ ਹੈ ਭਾਈ ਸਾਹਿਬ ਜੀ, ਇਹ ਐਸੀਆਂ ਫੈਕਟਰ ਹੈ, ਐਸੀਆਂ ਨੈਗੇਟਿਵ ਫੋਰਸਿਸ ਨੇ ਜਿਹੜੀ ਅੰਦਰ ਨਾਮ ਨਹੀਂ ਆਉਣ ਦਿੰਦੀਆਂ। ਇਸ ਕਰਕੇ ਕਹਿੰਦਾ ਮੈਂ ਪਹਿਲਾਂ ਇਹਦੀ ਨੱਕ ਕੱਟੀ, ਔਰ ਫਿਰ ਮੈਂ ਕਾਨੋਂ ਕੱਟੀ, ਫਿਰ ਕਹਿੰਦਾ ਮੈਂ ਇਹਨੂੰ ਕੁੱਟੀ ਵੀ ਬੜੀ ਹੈ, ਛੱਡੀ ਨਹੀਂ ਇਹਨੂੰ। ਕੁੱਟਣਾ ਕੀ ਹੈ, ਸੋ ਕੂਟਣ ਜੋ ਮਨ ਕੋ ਕੁੱਟੇ, ਸੋ ਕੂਟਣ ਫਿਰ ਜਮ ਤੇ ਛੁੱਟੇ। ਇਹੋ ਕਬੀਰ ਸਾਹਿਬ ਕਹਿੰਦੇ, ਕੁੱਟ ਕੁੱਟ ਮਨ ਕਸਵੱਟੀ ਲਾਏ। ਜਿੰਨ ਚਿਰ ਅਸੀਂ ਆਪਣੇ ਮਨ ਨੂੰ ਕੁੱਟਦੇ ਨਹੀਂ ਆ, ਮਾਇਆ ਤੋਂ ਨਹੀਂ ਬਚ ਸਕਦੇ। ਮਨ ਪੈਂਦਾ ਹੀ ਮਾਇਆ ਦੇ ਕੰਮ ਜ਼ਿਆਦਾ ਕਰੇਗਾ ਮਨ। ਇਸ ਕਰਕੇ ਜੋ ਮਨ ਕਹਿੰਦਾ ਉਹਦੇ ਉਲਟ ਕਰੋ, ਤੇ ਫਿਰ ਕਿਹਦੇ ਮਗਰ ਲੱਗੀ, ਜੋ ਸ਼ਬਦ ਕਹਿੰਦਾ ਉਹਦੇ ਮਗਰ ਲੱਗੋ। ਇਸ ਕਰਕੇ ਮਨ ਨੂੰ ਕੁੱਟਣਾ ਔਰ ਇਹੋ ਮਾਇਆ ਨੂੰ ਕੁੱਟਣਾ ਹੈ। ਮਹਾਰਾਜ ਕਹਿੰਦੇ ਅਖੀਰਲੀ ਤੋੜੇ ਦੀ ਟੁੱਕ ਲਾਉਣ ਲੱਗੇ ਹੈ। ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਕਿਉਂ ਇਹਨੇ ਇਹਦੇ ਨਾਲ ਬੈਰ ਲਿਆ? ਕਹਿੰਦੇ ਸੰਤਨ ਦੀ ਬੈਰਨ ਹੈ, ਸੰਤਾਂ ਦੀ ਇਹ ਤੇ ਸਖਤ ਬੈਰਨ ਹੈ ਨਾ। ਬੈਰੋ ਤਦੇ ਬੜੇ ਬੜੇ ਸੰਤਾਂ ਦੇ ਮਾਇਆ ਪਈ। ਇਹ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਇਹ ਕਹੋ ਕਬੀਰ ਸੰਤਨ ਕੀ ਬੈਰ ਨੇ, ਤੀਨ ਲੋਕ ਕੀ ਪਿਆਰੀ। ਤਿੰਨਾਂ ਲੋਕਾਂ ਦੀ ਪਿਆਰੀ, ਤਿੰਨਾਂ ਲੋਕਾਂ 'ਚ ਆ ਸਾਡੇ ਧਰਤੀ ਤੇ ਰਹਿਣ ਵਾਲੇ, ਆਕਾਸ਼ 'ਚ ਦੇਵਤੇ ਔਰ ਇੱਕ ਪਤਾਲ 'ਚ ਸਾਰੀਆਂ ਤਿੰਨ ਲੋਕ ਐਸੇ ਹੈ। ਦੇਵਤੇ ਵੀ ਇਸੇ ਕਲਾਵੇ 'ਚ ਮਾਇਆ ਦੇ 'ਚ ਹੀ ਹੈ। ਇਹ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ। ਇਹ ਕਹੋ ਕਬੀਰ ਸੰਤਨ ਕੀ ਬੈਲੇ, ਤੀਨ ਲੋਕ ਕੀ ਪਿਆਰੀ। ਨਕਟੀ ਕੋ ਠਣ ਗਣ ਬਾੜਾ, ਨਕਟੀ ਕੋ ਠਣ ਗਣ ਬਾੜਾ। ਕਦੋਂ ਬਚਿਆ हमरो पर तो बड़ो विवेकी, आपे संत कहावे। हमरो पर तो बड़ो विवेकी, आपे संत कहावे। तो संत दा भेटना, साध दा भेटना, सतगुर दा भेटना, महापुरख दा भेटना, ब्रह्म ਗਿਆਨੀ ਦਾ भेटना, ਮੀਤ ਦਾ ਭੇਟਣਾ, ਇਹ ਇੰਨੇ ਸੱਜਣ ਦਾ ਭੇਟਣਾ। ਸੱਜਣ ਕੀ ਹੈ, ਮੀਤ ਕੀ ਹੈ, ਸਾਰੇ ਲਫ਼ਜ਼ ਉਸ ਵਜੂਦ ਤੇ ਬਣ ਰਿਹਾ ਹੈ ਵੀ ਜਦ ਕਿਤੇ ਉਹੀ ਸਾਡਾ ਗੁਰ ਹੈ, ਉਹ ਭੇਟਿਆ ਜਾਂਦਾ ਹੈ ਤੇ ਕੀ ਬਣਦਾ, ਐਨ ਪੁਨੀਤ ਪਵਿੱਤਰ ਹੋ ਜਾਂਦਾ ਹੈ। ਅਗਲਾ ਅਸੀਂ ਪੰਨਾ 809 ਦੇ ਉੱਤੇ, ਅਸੀਂ 809 ਪੰਨੇ ਦੇ ਉੱਤੇ ਮਹੱਲਾ ਪੰਜਵਾਂ ਕਹਿੰਦਾ ਹੈ ਵੀ ਜੇ ਕੋਈ ਅੰਧਾ ਬੰਦਾ ਹੈ ਉਹਨੂੰ ਤ੍ਰੈ ਭਵਨ ਦੀ ਸੋਝੀ ਆ ਜਾਂਦੀ ਹੈ। ਤ੍ਰੈ ਭਵਨ ਹੈ, ਧਰਤ ਪਤਾਲ ਤੇ ਆਕਾਸ਼ ਮੇਰੀ ਜਿੰਦੜੀ ਏ। ਤੋ ਇਸ ਕਰਕੇ ਧਰਤ ਤੇ ਪਤਾਲ, ਆ ਧਰਤੀ ਦਾ ਵਿਚਲਾ ਹਿੱਸਾ ਤੇ ਧਰਤੀ ਦਾ ਆਲੇ ਦੁਆਲੇ ਈਥਰ ਹੈ ਜਿਹੜਾ ਖੁੱਲਾ ਸਾਰਾ, ਇਹਨੂੰ ਤ੍ਰੈ ਭਵਨ ਹੈ। ਇਸ ਕਰਕੇ ਉਹ ਕਹਿੰਦਾ ਜੇ ਕਿਤੇ ਇਹਨਾਂ ਸੋਝੀ ਆ ਜਾਂਦੀ ਹੈ ਇਹਨਾਂ ਤਿੰਨਾਂ ਭਵਨਾਂ ਦੀ, ਜੇ ਕਿਤੇ ਗੁਰੂ ਨੂੰ ਭੇਟ ਲਏ ਉਸ ਨੂੰ ਜਿਹਦੀ ਦੇਹ ਨਹੀਂ ਹੈ। ਇਸ ਕਰਕੇ ਅਗਲਾ ਸ਼ਬਦ ਅਸੀਂ ਚੱਕਦੇ ਹਾਂ ਔਰ ਪਿੰਡਾਂ ਤਾਂ ਆਸਾਨੀ ਧਾਰਨ ਲੈਂਦੀ ਹੈ।
महिमा साधु संग की सुनो मेरे मीता, महिमा साधु संग की सुनो मेरे मीता, महिमा साधु संग। आ गया साधु, साधु संग है ही सतगुर दा संग। महिमा साधु संग की सुनो मेरे मीता, महिमा साधु संग। पिंगल पर्वत पारे परे, पिंगल पर्वत पारे परे। कोई पिंगला है तो वो पहाड़ तो दूसरे बने जा सकता थल्लों उतर के, और पिंगला किदा चल जाए? पिंगला साडा मन है, साडा मन पिंगल होए आ, कोड़ा होए आ। कहंदे ये भी पर्वत वर्गी चढ़ाई चढ़ सकदा, अंतली जिहड़ी 10वें द्वार की चढ़ाई है, मन नूं पिंगल कहा है। और एक फिजिकली फिट साइंटिफिकली प्रूव नहीं असीं कर सकते भी पिंगला डिसेबल्ड बंदा किदां पहाड़ ते चढ़ जाए। इस करके पिंगल है साडा मान, इस करके साडा मान अंदरली चढ़ाई नहीं चढ़दा। इस करके ਉਹਦੇ ਲਈ ਲਿਖਿਆ ਵੀ ਇਹ ਵੀ 10ਵੇਂ ਦੁਆਰ ਤੱਕ ਪਹੁੰਚ ਸਕਦਾ ਹੈ ਜੇ ਕਿਤੇ ਉਸ ਗੁਰ ਨੂੰ ਭੇਟ ਲੈ। ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਗਤ ਪਾਰ ਪਰੇ, ਪਿੰਗਲ ਪਰਬਤ ਪਾਰ ਪਰੇ। ਇੱਕ ਮੂਰਖ ਬੰਦਾ ਹੈ ਉਹ ਕਿੱਦਾਂ ਸਿਆਣਾ ਬਣ ਜਾਂਦਾ। ਔਰ ਬਕੀਤਾ ਕਹਿੰਦੇ ਔਰੇਟਰ ਨੂੰ, ਬੁਲਾਰੇ ਨੂੰ, ਬਹੁਤ ਸੋਹਣਾ ਲੈਕਚਰ ਕਰਨ ਵਾਲੇ ਨੂੰ। ਹੁਣ ਗੁੰਗਾ ਬੰਦਾ ਲੈਕਚਰ ਕਿੱਦਾਂ ਕਰ? ਇਸ ਕਰਕੇ ਖਾਲ ਮੂਰਖ ਬੰਦਾ ਜਿਹੜਾ ਉਹ ਕਿੱਦਾਂ ਬੁਲਾਰਾ ਬਣ ਸਕਦਾ, ਲੈਕਚਰਾਰ ਬਣ ਸਕਦਾ, ਬੜਾ ਤਗੜਾ ਕਹਿੰਦੇ ਬਣ ਸਕਦੇ ਹੈ। ਉਹ ਹੈ ਸਾਡੇ ਮਨ ਨੂੰ ਸੋਝੀ ਐਸੀ ਆ ਜਾਂਦੀ, ਪਿੰਗਲਾ ਵੀ ਹਟ ਜਾਂਦਾ, ਔਰ ਐਸੀ ਇਹਦੇ ਅੰਦਰ ਸਿਆਣਪ ਆਉਂਦੀ ਹੈ, ਬੁੱਧ ਆਉਂਦੀ ਹੈ। ਉਹਦੇ ਨਾਲ ਇਸ਼ਾਰਾ ਹੈ ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ ਪਰੇ, ਖਾਲ ਚਤਰ ਬਕੀਤਾ, ਪਿੰਗਲ ਪਰਬਤ ਪਾਰ ਪਰੇ, ਖਾਲ ਚਤਰ ਬਕੀਤਾ, ਪਿੰਗਲ ਪਰਬਤ ਪਾਰ। ਆਹ ਪਿੰਡਾਂ ਥਾਂ ਦੀ ਢੋਲਕੀ ਛਾਣੇ ਵਾਲੀ ਤਰਜ਼ ਪਿਛਲਾ ਪਹਿਲੀ ਲਾਈਨ ਫਿਰ ਦੁਬਾਰਾ ਕਹਿਣੀ ਹੈ। ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ ਪਰੇ, ਖਾਲ ਚਤਰ ਬਕੀਤਾ, ਪਿੰਗਲ ਪਰਬਤ ਪਾਰ ਪਰੇ, ਖਾਲ ਚਤਰ ਬਕੀਤਾ, ਪਿੰਗਲ ਪਰਬਤ ਪਾਰ ਪਰੇ। ਖਾਲ ਕਹਿੰਦੇ ਮੂਰਖ ਬੰਦੇ ਨੂੰ, ਚਤਰ ਔਰ ਬਕੀਤਾ ਕਹਿੰਦੇ ਆ ਔਰੇਟਰ ਨੂੰ, ਲੈਕਚਰ ਕਰਨ ਵਾਲੇ ਨੂੰ। ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ ਪਰੇ, ਖਾਲ ਚਤਰ ਬਕੀਤਾ, ਪਿੰਗਲ ਪਰਬਤ ਪਾਰ ਪਰੇ, ਪਿੰਗਲ ਪਰਬਤ ਪਾਰ। ਅੱਗੇ ਹੈ ਅੰਦਲੇ ਤ੍ਰੈ ਭਵਨ ਸੂਝਿਆ, ਅੰਦਲੇ ਤ੍ਰੈ ਭਵਨ ਸੂਝਿਆ। ਆ ਮਨ ਅੰਧਾ ਸੀ, ਹੋਰ ਅੰਧਲਾ ਅੰਨਾ ਬੰਦਾ ਤੇ ਜਿਹੜਾ ਜਮਾਂਦਰੋਂ ਅੰਧਾ ਹੋਏ ਉਹਨੂੰ ਅੱਖਾਂ ਥੋੜੀਆਂ ਮਿਲ ਜਾਂਦੀਆਂ। ਇਹ ਸਭ ਮਨ ਨਾਲ ਇਸ਼ਾਰਾ ਹੈ। ਅੰਦਲੇ ਤ੍ਰੈ ਭਵਨ ਸੂਝਿਆ, ਇਹਨੂੰ ਕੁਝ ਪਤਾ ਨਹੀਂ ਸੀ, ਅੱਖਾਂ ਮੀਟਦਾ ਸੀ ਤੇ ਘੁੱਗੂ ਘੂੰ ਸੀ। ਹੁਣ ਅੱਖਾਂ ਮੀਟਦਾ ਤੇ ਤਿੰਨਾਂ ਭਵਨਾਂ ਦੀ ਸੋਝੀ ਇਹਨੂੰ ਆ ਗਈ ਹੈ। ਅੰਦਲੇ ਤ੍ਰੈ ਭਵਨ ਸੂਝਿਆ, ਅੰਦਲੇ ਤ੍ਰੈ ਭਵਨ ਸੂਝਿਆ। ਏ ਗੋਰ ਭੇਟ ਪੁਨੀਤਾ, ਅੰਦਲੇ ਤ੍ਰੈ ਭਵਨ ਸੂਝਿਆ, ਗੋਰੇ ਭੇਟ ਪੁਨੀਤਾ, ਅੰਦਲੇ ਤ੍ਰੈ ਭਵਨ ਸੂਝਿਆ। ਏ ਮਹਿਮਾ ਸਾਧੂ ਸੰਗ ਕੀ ਸੁਨਹਾ ਮੇਰੇ ਮੀਤਾ, ਮਹਿਮਾ ਸਾਧੂ ਸੰਗ ਕੀ। ਇਹ ਉਹ ਸਤਿਗੁਰੂ ਦਾ ਸੰਗ ਅੰਦਰ ਜਿਹਦੀ ਦੇਹ ਨਹੀਂ ਉਹ ਸਾਧੂ ਹੈ। ਮਹਿਮਾ ਸਾਧੂ ਵਾਹ ਸੁਣਿਓ ਮੇਰੇ ਮੀਤਾ, ਮਹਿਮਾ ਸਾਧੂ ਸੰਗ ਕੀ। ਜਨਮਾਂ ਜਨਮਾਂ ਦੇ ਬੱਜਰ ਪਾਪ ਲੱਥ ਗਏ, ਮੈਲ ਲੱਥ ਗਈ, ਮੈਲ ਖੋਈ ਕੋਟ ਅੱਗ ਹਰੇ, ਮੈਲ ਖੋਈ ਕੋਟ ਅੱਗ ਹਰੇ। ਆ ਹੁਣ ਚੇਤਾ ਆਉਣ ਲੱਗਾ ਹੈ, ਨਿਰਮਲ ਭੈ ਚੀਤਾ, ਇਹ ਮੈਲ ਖੋਈ ਕੋਟ ਅੱਗ ਹੈ, ਨਿਰਮਲ ਭੈ ਚੀਤਾ, ਮੈਲ ਖੋਈ ਕੋਟ ਅੱਗ। ਇੱਥੇ ਰਹਾਉ ਲਾਇਆ, ਐਸੀ ਭਗਤ ਗੋਬਿੰਦ ਕੀ, ਐਸੀ ਭਗਤ ਗੋਬਿੰਦ ਕੀ। ਹਾਂ ਭਗਤੀ ਮਾਰਗ ਉਜਾਗਰ ਕਰਨ ਲੱਗੇ ਹੈ, ਔਰ ਰੱਬ ਦੀ ਭਗਤੀ। ਐਸੀ ਭਗਤ ਗੋਬਿੰਦ ਕੀ,
ਐਸੀ ਭਗਤ ਗੋਬਿੰਦ ਕੀ। ਉਹ ਕਹਿੰਦੇ ਕੀੜੀ ਨਾ ਹਾਥੀ ਨੂੰ ਜਿੱਤ ਲਿਆ, ਕੀਟ ਹਸਤੀ ਜੀਤਾ, ਹਾਥੀ ਵਰਗਾ ਜਾਨਵਰ ਕੀੜੀ ਨੇ ਕਾਬੂ ਕਰ ਲਿਆ, ਕੀੜੇ ਨੇ ਇੱਕ ਨਾ। ਵਾਹ, ਮਾਨ ਐਡਾ ਬਲਵਾਨ, ਐਡਾ ਅੰਦਰ ਬੁੱਧ ਆ ਜਾਂਦੀ ਹੈ। ਮਤਲਬ ਮਾਨ ਹੀ ਹੁਣ ਕਿ ਦੇਖਿਓ ਕਿਹੜੇ ਕਿਹੜੇ ਜਾਨਵਰ ਵਸ ਕੀਤੇ ਹੈ। ਆਹ ਮਾਨ ਸੀ, ਇਹੋ ਹੀ ਪਹਿਲਾਂ ਸਾਰ ਔਰ ਇੱਕ ਸ਼ੇਰ ਅੱਗੇ ਬੱਕਰੀ। ਐਸੇ ਉਦਾਹਰਨ ਦਿੱਤੇ ਹੈ ਵੀ ਤੁਹਾਡੇ ਅੰਦਰ ਐਡੀ ਪਾਵਰ ਉਹ ਆ ਜਾਂਦੀ ਹੈ, ਬਾਕੀ ਸਾਰਿਆਂ ਨੂੰ ਤੁਸੀਂ ਢਾ ਸਕਦੇ ਹੋ, ਇਹਨਾਂ ਪੰਜਾਂ ਜਵਾਨਾਂ ਨੂੰ, ਮਾਇਆ ਨੂੰ, ਸਾਰੀ ਨੂੰ। ਪਰ ਕਹਿੰਦੇ ਐਸੀ ਭਗਤ ਗੋਬਿੰਦ ਕੀ, ਐਸੀ ਭਗਤ ਗੋਬਿੰਦ ਕੀ। ਇਹ ਕੀਟੇ ਹਸਤੀ ਜੀਤਾ, ਐਸੀ ਭਗਤ ਗੋਬਿੰਦ ਕੀ। ਕੀਟੇ ਹਸਤੀ ਜੀਤਾ, ਐਸੀ ਭਗਤ ਗੋਬਿnd ਕੀ। ਜੋ ਜੋ कीनो आपनो, ਜੋ ਜੋ ਕੀਨੋ ਆਪਨੋ। ਇਹ ਤਿਸ ਅਭੈਦਾਨ ਦੀਤਾ, ਜੋ कीनो ਉਹ ਤਿਸ ਅਭੈਦਾਨ ਦੀਤਾ, ਜੋ ਜੋ ਸਿੰਘ ਬਿਲਾਈ ਹੋਏ ਗਿਓ, ਸਿੰਘ ਬਿਲਾਈ ਹੋਏ ਗਿਓ। ਉਹ ਐਡਾ ਮਨ ਸ਼ੇਰ ਵਰਗਾ ਸੀ, ਮੈਥੋਂ ਕਾਬੂ ਨਹੀਂ ਸੀ ਆਉਂਦਾ। ਕਹਿੰਦੇ ਤੇ ਬਿੱਲੀ ਵਾਂਗੂ ਮਿਆਉ ਮਿਆਉ ਕਰਦਾ ਮੇਰੇ ਮਗਰ ਫਿਰਦਾ। ਬਿਲਾਈ ਕਹਿੰਦੇ ਬਿੱਲੀ ਨੂੰ, ਪਹਿਲਾ ਮਨ ਅੰਦਰ ਸ਼ੇਰ ਵਰਗਾ ਸੀ, ਕਹਿੰਦੇ ਤੇ ਬਿੱਲੀ ਬਣ ਗਿਆ ਹੁਣ। ਸਿੰਘ ਬਿਲਾਈ ਹੋਏ, ਸਿੰਘ ਬਿਲਾਈ ਹੋਏ ਗਿਓ। ਕਹਿੰਦਾ ਇੱਕ ਤੀਲਾ ਸੀ, ਉਹ ਪਹਾੜ ਬਣ ਗਿਆ। ਤਰੇਣ ਮੇਰ ਦਖੀਤਾ, ਸਿੰਘ ਬਿਲਾਈ ਹੋਏ ਗਿਓ। ਤਰੇਣ ਮੇਰ ਦਖੀਤਾ, ਸਿੰਘ ਬਿਲਾਈ ਹੋਏ ਗਿਓ। ਕਹਿੰਦਾ ਮੈਂ ਅੱਧੀ ਅੱਧੀ ਕੌਡੀ ਨੂੰ ਤਰਸਦਾ ਸੀ, ਮੈਂ ਤੇ ਐਡਾ ਵੱਡਾ ਧਨਵਾਨ ਹੋ ਗਿਆ। ਸਾਰਮ ਕਰਤ ਧਮਿਆ, ਮੈਂ ਅੱਧੀ ਅੱਧੀ ਕੌਡੀ ਲਈ ਮਿਹਨਤ ਕਰ ਰਿਹਾ ਸੀ, ਮਜ਼ਦੂਰੀ ਅੱਧੀ। ਮਹਾਰਾਜ ਨੇ ਮੈਨੂੰ ਕੀ ਕੀਤਾ? ਤੇ ਗਨੀ ਧਨੀਤਾ, ਐ ਸ਼ਰਮ ਕਰਦੇ ਦਮ ਆੜ ਕੋ, ਤੇ ਧਨੀ ਧਨੀਤਾ, ਐ ਸ਼ਰਮ ਕਰਦੇ ਦਮ ਆੜ ਕੋ। ਇਹ ਕਵਨ ਬੜਾਈ ਕਹਿ ਸਕੂੰ, ਕਵਨ ਬੜਾਈ ਕਹਿ ਸਕੋ। ਕਹਿੰਦਾ ਮੈਂ ਹਾਲੀ ਇੱਕ ਥੋੜੀ ਜਿਹੀ ਵਡਿਆਈ ਕੀਤੀ, ਮੈਂ ਤੇ ਕਹਿ ਸਕਦਾ ਨਹੀਂ। ਕਿਉਂ? ਕਵਨ ਵਡਾਈ ਕਹਿ ਸਕੋ। ਇਹ ਬੇਅੰਤ ਗੁਨੀਤਾ, ਇਹ ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾ, ਕਵਨ ਵਡਾਈ ਕਹਿ ਸਕੋ। हे ਸਤਿਗੁਰੂ, ਹੈ ਉਹ ਸਾਧੂ ਸੰਗ ਦੀ ਮਹਿਮਾ। ਹੈ ਸਤਿਗੁਰੂ, ਮੈਨੂੰ ਆਹ ਚੀਜ਼ ਦੇ, ਕਰ ਕਿਰਪਾ ਮੋਹਿ ਨਾਮ ਦੇਹੋ, ਕਰ ਕਿਰਪਾ ਮੋਹਿ ਨਾਮ ਦੇਹੋ। ਇਹ ਨਾਨਕ ਦਾਰ ਸਰੀਤਾ, ਇਹ ਕਰ ਕਿਰਪਾ ਮੋਹਿ ਨਾਮ ਦੇਹੋ। ਉਹ ਨਾਮ ਫਿਰ ਦਿੰਦਾ ਹੈ। ਨਾਮ ਦੀਆ, ਨਾਮ ਦੀਆ, ਨਾਮ ਦੀਆ, ਨਾਮ ਦੀਆ। ਇਹ ਕਾਟਿਆ ਰੋਗ ਮਹਾ ਸੁਖ ਪਾਇਆ, ਹਰਿ ਅੰਮ੍ਰਿਤ ਮੁਖੇ ਨਾਮ ਦੀਆ। ਰਾਖ ਲਿਆ, ਰਾਖ ਲਿਆ, ਸਤਿਗੁਰ ਮੇਰਾ ਸਦਾ ਦਿਆਲਾ, ਮੋਹਿ ਦੀਨ ਕੋ ਰਾਖ ਲਿਆ। ਨਾਮ ਦਿਆ, ਨਾਮ ਦਿਆ।
आस तू ही जस तू ही रूप तू ही रंग। जद सतगुरु नाम दे दिंदा है इन्हां चीज़ां च फिर फसदा नहीं है, ना रूप च ना सोहणे रंग ते ना रासां कसां च ना जिसम दे रसां च। ਤੇ ਉਹ ਸਭ ਕੁਛ ਨਾਮ ਫਿਰ ਸਵਾਰਦਾ ਉਹਦੀ ਚੀਜ਼। ਤਾਂ ਅਖੀਰ ਤੇ ਜਾ ਕੇ ਮਹਾਰਾਜ ਜਿੱਥੇ ਸਾਡਾ ਸਾਰਾ ਗਿਆਨ ਕਲੋਜ਼ ਹੋ ਜਾਂਦਾ ਉੱਥੇ ਮਹਾਰਾਜ ਸ਼ਲੋਕ ਦਿੰਦੇ ਨੇ, ਕਰ ਮੈਂ ਰਹਿਮਤ ਕੀ ਮੇਰੇ ਤੇ ਰਹਿਮਤ ਕੀ ਹੋਈ, ਸਤਿਗੁਰ ਸੱਜਣ ਮਿਲਿਆ ਮੇਰੇ ਅੰਦਰ ਮਿਲਿਆ। ਉਹ ਫਿਰ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਜਦੋਂ ਇਹ ਨਾਮ ਆ ਜਾਂਦਾ ਅੰਦਰ ਉਹਦੀਆਂ ਇਹਨਾਂ ਫੋਰਸਿਸ ਦਾ ਜ਼ੋਰ ਘੱਟ ਜਾਂਦਾ, ਪੈਂਦੀਆਂ ਅੰਦਰ ਪੈ ਨਹੀਂ ਸਕਦੀਆਂ। ਇਸ ਕਰਕੇ ਉਹ ਫਿਰ ਕੀ ਰਹਿ ਜਾਂਦਾ, ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ। ਆਸ ਓਟ ਪ੍ਰਭ ਤੋਰੀ ਇਹ ਗੁਣ ਕੀਰਤੇ ਨਿਧੇ ਮਾਰੀ। ਰਹਾਉ ਗੁਣ ਕੀਰਤੇ ਨਿਧੇ ਮਾਰੀ ਇਹ ਗੁਣ ਕੀਰਤੇ ਨਿਧੇ ਮਾਰੀ। ਤੂੰ ਹੀ ਰੂਪ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ। ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ। ਗੁਰੇ ਤੂੰ ਪੀ ਲੈ ਜੋਰੀ। ਆ ਜੋੜਨ ਹਾਰਾ ਲਿੰਕ ਸਤਿਗੁਰੂ ਜੋੜੇਗਾ। ਗੁਰੇ ਤੂੰ ਪੀ ਲੈ ਜੋਰੀ ਇਹ ਗੁਣ ਕੀਰਤੇ ਨਿਧੇ ਮਾਰੀ। ਗੁਣ ਕੀਰਤੇ ਨਿਧੇ ਮਾਰੀ। ਤੂੰ ਹੀ ਗ੍ਰਹਿ ਤੂੰ ਹੀ ਬਨੇ ਬਨੇ ਤੂੰ ਹੀ ਗ੍ਰਹਿ ਘਰਾਂ ਚ ਤੂੰ ਹੀ ਬਨਾਂ ਚ। ਤੂੰ ਹੀ ਗ੍ਰਹਿ ਤੂੰ ਹੀ ਬਨੇ ਤੂੰ ਹੀ ਗਾਓ ਤੂੰ ਸੁਨੇ ਇਹ ਤੂੰ ਹੀ ਗ੍ਰਹਿ ਤੂੰ ਹੀ ਬਨੇ ਇਹ ਤੂੰ ਹੀ ਗਾਓ ਤੂੰ ਹੀ ਸੁਨੇ। ਹੈ ਨਾਨਕ ਨੇਰ ਮੇਰੀ ਹੈ ਨਾਨਕ ਨੇਰ ਮੇਰੀ। ਨੇਰੇ ਨੇਰੇ ਨਾਹੀ ਦੂਰ ਨਿਜ ਆਤਮੇ ਰਹਾ ਭਰਪੂਰ। ਨਿਜ ਆਤਮੇ ਨਿਜ ਨਿਜ ਆਤਮੇ ਰਹਾ ਭਰਪੂਰ। ਨਿਜ ਆਤਮੇ ਰਹਾ ਭਰਪੂਰ। ਇਹ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ। ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ। ਕਬੀਰ ਸਾਹਿਬ ਤੂੰ ਤੂੰ ਕਰਤਾ ਤਾ ਤੂੰ ਭਇਆ ਹੈ ਮੁਝ ਮੈਂ ਰਹਾ ਨਾ ਹੂੰ। जब आपा पर का मिट गया जात देखा तात तू
सरी निवास आदि पुरख सदा तूही वाहेगुरु 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 वाहे जियो सदा तूही सदा तूही वाहेगुरु वाहेगुरु वाहिगुरु जी का खालसा वाहिगुरु जी की फतेह।